हाँ जी प्यारे साथियों सत श्री अकाल साਰਿਆਂ ਨੂੰ ਅੱਜ ਦੀ ਕਲਾਸ ਦੇ ਵਿੱਚ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਆ। ਵੈਸੇ ਤਾਂ ਆਪਣੀ ਹਿਸਟਰੀ ਚੱਲਦੀ ਪਈ ਆ 7ਵੀਂ ਕਲਾਸ ਦੀ ਹਨਾ ਜਿਹਦੇ ਵਿੱਚ ਆਪਣਾ 6ਵਾਂ ਚੈਪਟਰ ਚੱਲਦਾ ਪਿਆ। ਪਰ ਨਾਲ ਹੀ ਮੈਂ ਦੱਸਦਾ ਕਿ ਕਿਉਂਕਿ ਮੈਂ ਐਸਐਸਟੀ ਸਿਰਫ ਤੇ ਸਿਰਫ ਐਨਸੀਈਆਰਟੀ ਤੋਂ ਕਰਵਾ ਰਹੀ ਹਾਂ ਤੁਹਾਨੂੰ ਸਭ ਨੂੰ ਪਤਾ 6ਵੀਂ ਕਲਾਸ ਦੀ ਜਿਓਗ੍ਰਾਫੀ ਜਿਹਦੇ ਕਿ ਵਨ ਲਾਈਨਰ ਕੁਐਸਚਨ ਮੈਂ ਆਲਰੇਡੀ ਕਰਾ ਚੁੱਕੀ ਆ। ਵਨ ਲਾਈਨਰ ਦੇ ਨਾਲ ਸਾਰੀ ਦੀ ਸਾਰੀ ਜਿਓਗ੍ਰਾਫੀ ਕੰਪਲੀਟ ਕੀਤੀ ਸੀ ਠੀਕ ਆ। ਉਸ ਤੋਂ ਬਾਅਦ ਇਹ ਹੈਗੀ ਆਪਣੀ 7ਵੀਂ ਕਲਾਸ ਦੀ ਜਿਓਗ੍ਰਾਫੀ ਇਹ ਵੀ ਸਾਰੀ ਕੰਪਲੀਟ ਕਰਵਾ ਚੁੱਕੀ ਆ। ਪਲੇਲਿਸਟਾਂ ਚੈੱਕ ਕਰੋ ਤੇ ਰਹਿੰਦੀ ਸੀ ਆਪਣੀ 8ਵੀਂ ਕਲਾਸ ਦੀ ਜਿਓਗ੍ਰਾਫੀ ਬਹੁਤ ਹੀ ਨਿੱਕੀ ਜਿਹੀ ਬੁੱਕ ਆ ਠੀਕ ਆ। ਸਿਰਫ 5 ਚੈਪਟਰ ਨੇ ਮੈਨੂੰ ਲੱਗਦਾ ਮੇਰੇ ਕੋਲ ਨਵੀਂ ਐਨਸੀਈਆਰਟੀ ਆ ਤੇ ਜੇ ਆਪਾਂ 8ਵੀਂ ਕਲਾਸ ਦੇ 5 ਚੈਪਟਰ ਵੀ ਆਹ ਵਾਲੇ ਕਰ ਲਾਂਗੇ ਨਾ ਤਾਂ ਵੀ ਬਹੁਤ ਆ ਠੀਕ ਆ। ਇਹ ਤਿੰਨੋਂ ਹੀ ਕਿਤਾਬਾਂ ਜਿਹੜੀਆਂ ਨੇ 6ਵੀਂ 7ਵੀਂ 8ਵੀਂ ਦੀ ਜਿਓਗ੍ਰਾਫੀ ਆ ਐਨਸੀਈਆਰਟੀ ਦੀਆਂ ਕਿਤਾਬਾਂ ਹਿੰਦੀ ਮੀਡੀਅਮ ਦੇ ਵਿੱਚ ਜਿਹਦੇ ਵਿੱਚ ਆਪਾਂ 6ਵੀਂ ਤੇ 7ਵੀਂ ਦੀ ਜਿਓਗ੍ਰਾਫੀ ਆਲਰੇਡੀ ਕਰ ਚੁੱਕੇ ਆ। ਤੇ ਮੇਰਾ ਫੋਕਸ ਮੇਨ ਸੀਗਾ ਕਿ ਮਤਲਬ ਇੱਕ ਬੰਨੇ ਤਾਂ ਹਿਸਟਰੀ ਚੱਲਦੀ ਪਈ ਤੇ ਇੱਕ ਬੰਨੇ ਮੈਨੂੰ ਇਹ ਵੀ ਸੀਗਾ ਵੀ ਆਪਾਂ ਜਿਓਗ੍ਰਾਫੀ ਮੈਂ 7ਵੀਂ 6ਵੀਂ ਦੀ ਕਰਵਾਤੀ 8ਵੀਂ ਦੀ ਰਹਿੰਦੀ ਹੈ ਤੇ 5 ਚੈਪਟਰ ਆ ਤੇ ਮੈਂ ਸੋਚ ਰਹੀ ਵੀ ਜੇ 2 ਚੈਪਟਰ ਵੀ ਆਪਾਂ ਇੱਕ ਵੀਡੀਓ ਦੇ ਵਿੱਚ ਕਰੀਏ ਤੇ ਆਪਣੇ 2 ਦਿਨਾਂ ਦੇ ਵਿੱਚ 8ਵੀਂ ਦੀ ਜਿਓਗ੍ਰਾਫੀ ਨਿਬੜ ਜੂਗੀ ਤੇ ਫਿਰ ਆਪਾਂ ਹਿਸਟਰੀ ਆਰਾਮ ਨਾਲ ਕਰਦੇ ਜਾਵਾਂਗੇ ਠੀਕ ਆ। ਤੇ ਮੈਨੂੰ ਲੱਗਿਆ ਵੀ ਇਹ ਜਿਹੜੀਆਂ ਨੇ ਆਹ ਦੋਵੇਂ ਤਾਂ ਆਪਾਂ ਕਰ ਲਿਆ ਸੀਗੀਆਂ ਤੇ ਆਪਾਂ ਕਰਦੇ ਆ 8th ਕਲਾਸ ਦੀ ਜਿਹੜੀ ਆ ਜਿਓਗ੍ਰਾਫੀ ਆਪਾਂ ਕਰਦੇ ਆ। ਇਹਦੇ ਵਿੱਚ ਪੀਐਸਟੈਟ ਦੀ ਮੈਂ ਗੱਲ ਕਰਾਂ ਨਾ ਸਭ ਤੋਂ ਪਹਿਲਾਂ ਕਿਉਂਕਿ ਆਪਾਂ ਮੇਨ ਫੋਕਸ ਆਪਣਾ ਪੀਐਸਟੈਟ ਤੇ ਆ ਹਨਾ। ਪੀਐਸਟੈਟ ਵਾਲੇ ਬੱਚੇ ਜ਼ਿਆਦਾਤਰ ਜੁੜੇ ਨੇ ਮੇਰੇ ਨਾਲ ਹਨਾ ਤੇ ਸੀਟੈਟ ਲਈ ਤੇ ਸੀਟੈਟ ਦੇ ਬੱਚਿਆਂ ਨੇ ਵੀ ਬਹੁਤ ਸਾਰੇ ਬੱਚੇ ਜਿਹੜੇ ਮੇਰੇ ਚੈਨਲ ਤੇ ਜੁੜੇ ਉਹਨਾਂ ਨੇ ਸੀਟੈਟ ਦਾ ਪੇਪਰ ਵੀ ਦੇਣਾ ਉਹਨਾਂ ਲਈ ਵੀ ਕਲਾਸਾਂ ਹੈਲਪਫੁਲ ਆ ਹਨਾ। ਤੇ ਗੱਲ ਕਰੀਏ ਚਾਹੇ ਸੀਟੈਟ ਦੇਣਾ ਚਾਹੇ ਅਸੀਂ ਪੀਐਸਟੈਟ ਦੇਣਾ ਹਨਾ ਤੇ ਜਿਹੜੀ 8ਵੀਂ ਕਲਾਸ ਦੀ ਜਿਓਗ੍ਰਾਫੀ ਹੈ ਨਾ ਜਿਹੜੇ ਸਾਨੂੰ ਕ੍ਰਿਸ਼ੀ ਦੇ ਬਾਰੇ ਹਨਾ ਸਥਾਨਤਰਨ ਖੇਤੀ ਪੌੜੀਨੁਮਾ ਖੇਤੀਬਾੜੀ ਦੀਆਂ ਕਿਸਮਾਂ ਗੋਲਡਨ ਫਾਈਬਰ ਵਗੈਰਾ ਏਦਾਂ ਦੇ ਜਿੰਨੇ ਵੀ ਕੁਐਸਚਨ ਆ ਉਹ ਸਾਰੇ ਸਾਡੇ 8ਵੀਂ ਕਲਾਸ ਦੀ ਜਿਓਗ੍ਰਾਫੀ ਤੋਂ ਕੰਪਲੀਟ ਹੋਣੇ ਆ ਠੀਕ ਆ। ਮੈਨੂੰ ਲੱਗ ਰਿਹਾ ਅੱਜ ਨਾ ਮੈਂ ਕੁਛ ਜ਼ਿਆਦਾ ਹੀ ਮੋਟੀ ਜਿਹੀ ਲੱਗ ਰਹੀ ਆ। ਮੈਂ ਨਾ ਤੁਹਾਨੂੰ ਦੱਸਦੀ ਆ ਵੀ ਇੱਕ ਪਤਾ ਨਹੀਂ ਵੀ ਤੁਸੀਂ ਹੱਸੋਗੇ ਕਿ ਜਾਂ ਤੁਸੀਂ ਤਰਸ ਖਾਓਗੇ ਮੈਨੂੰ ਨਹੀਂ ਪਤਾ। ਮੈਂ ਤੁਹਾਨੂੰ ਦੱਸਦੀ ਆ ਰਿਐਲਿਟੀ ਵੀ ਇੱਕ ਦਿਨ ਨਾ ਮਤਲਬ ਪਤਾ ਨਹੀਂ 1 ਘੰਟੇ ਦੀ ਵੀਡੀਓ ਬਣਾ ਕੇ ਰਿਕਾਰਡ ਕਰਕੇ ਮੈਂ ਪਾਈ ਸੀ ਪਤਾ ਨਹੀਂ ਉਹ ਹਿਸਟਰੀ ਦੀ ਕਿ ਕਾਦੀ ਸੀਗੀ। ਉਸ ਦਿਨ ਦਾ ਬਹੁਤੇ ਜ਼ਿਆਦਾ ਠੰਡ ਸੀ। ਹੁਣ ਮੇਰੀ ਪਤਾ ਕੀ ਆਦਤ ਆ ਘਰ ਦੇ ਵਿੱਚ ਕਿ ਮੈਂ ਸ਼ਾਲ ਦੀ ਬੁੱਕਲ ਮਾਰ ਕੇ ਰੱਖਦੀ ਆ ਘਰ ਦੇ ਵਿੱਚ। ਉਹ ਇੱਕ ਸਾਡੇ ਸਰੀਰ ਨੂੰ ਆਦਤ ਪਈ ਹੁੰਦੀ ਆ ਕਿ ਸਾਡਾ ਸਰੀਰ ਉਹਦੇ ਨਾਲ ਗਿੱਝ ਜਾਂਦਾ ਹਨਾ। ਤੇ ਹੁਣ ਹੁੰਦਾ ਕੀ ਆ ਕਿ ਮੈਂ ਵੀਡੀਓ ਰਿਕਾਰਡ ਕਰਨ ਲੱਗਿਆ ਸ਼ਾਲ ਦੀ ਬੁੱਕਲ ਨਹੀਂ ਮਾਰ ਸਕਦੀ ਪਤਾ ਕਿਉਂ ਕਿਉਂਕਿ ਆ ਜਿਹੜਾ ਮਾਈਕ ਆ ਬਿਲਕੁਲ ਹੀ ਹਲਕੀ ਜਿਹੀ ਪਿੰਨ ਨਾਲ ਅਟੈਚ ਹੁੰਦਾ ਵਾ ਬਹੁਤਾ ਹਾਰਡਲੀ ਅਟੈਚ ਨਹੀਂ ਹੁੰਦਾ ਸਾਡੀ ਕਿਸੇ ਵੀ ਸ਼ਰਟ ਦੇ ਨਾਲ। ਤੇ ਜਦੋਂ ਮੈਂ ਸ਼ਾਲ ਦੀ ਬੁੱਕਲ ਮਾਰੂੰਗੀ ਤੇ ਮਾਈਕ ਡਿੱਗੂਗਾ ਬਸ ਇਸੇ ਰੀਜ਼ਨ ਕਰਕੇ ਮੈਂ ਸ਼ਾਲ ਦੀ ਬੁੱਕਲ ਨਹੀਂ ਮਾਰ ਸਕਦੀ। ਤੇ ਉਹ ਵੀਡੀਓ ਬਣਾਉਣ ਤੇ ਮੈਨੂੰ ਅਪਰੋਕਸੀਮੇਟ 2-2.5 ਘੰਟੇ ਦਾ ਸਮਾਂ ਲੱਗਿਆ ਸੀ ਕਿਉਂਕਿ ਲਿਖਣਾ ਪੌਜ਼ ਕਰਨਾ ਹਨਾ ਠੰਡ ਬਹੁਤ ਜ਼ਿਆਦਾ ਸੀ। ਜਦੋਂ ਵੀਡੀਓ ਰਿਕਾਰਡ ਕਰਕੇ ਮੈਂ ਬੰਦ ਕੀਤਾ ਹਨਾ ਤੇ ਵੀਡੀਓ ਰਿਕਾਰਡ ਹੋ ਗਈ ਤੇ ਪਰ ਮੇਰਾ ਸਰੀਰ ਪੂਰਾ ਸੁੰਨ ਪੈ ਚੁੱਕਿਆ ਸੀਗਾ। ਤੇ ਮੇਰੇ ਮੰਮੀ ਜਿਹੜੇ ਨੇ ਉਹ ਮਤਲਬ ਮੰਜੇ ਤੇ ਹੀ ਨੇ ਉਹਨਾਂ ਦੇ ਗੋਡਿਆਂ ਦੇ ਜੋੜਾਂ ਦੀ ਪ੍ਰੋਬਲਮ ਆ ਉਹ ਤੁਰ ਨਹੀਂ ਸਕਦੇ। ਮੈਂ ਘਰ ਦਾ ਕੰਮ ਵੀ ਖੁਦ ਸੰਭਾਲਦੀ ਹਾਂ। ਵੀਡੀਓ ਰਿਕਾਰਡ ਕਰਨ ਤੋਂ ਬਾਅਦ ਮੈਂ ਰਸੋਈ 'ਚ ਗਈ ਮੈਨੂੰ ਨਹੀਂ ਪਤਾ ਵੀ ਮੈਂ ਆਪਣੇ ਲਈ ਕਿਵੇਂ ਚਾਹ ਬਣਾਈ ਅਦਰਕ ਵਾਲੀ ਹਨਾ। ਮੈਂ ਬਣਾ ਤੇ ਲਈ ਹਨਾ ਮਤਲਬ ਮੇਰੇ ਐ ਹੱਥ ਕੰਬੀ ਜਾਂਦੇ ਸੀ ਤੇ ਮੈਂ ਚਾਹ ਬਣਾ ਕੇ ਤੇ ਰਸੋਈ ਤੋਂ ਲੈ ਕੇ ਕਮਰੇ ਤੱਕ ਆਉਂਦਿਆਂ ਉਹ ਚਾਹ ਦਾ ਗਲਾਸ ਮੇਰੇ ਹੱਥੋਂ ਛੁੱਟ ਗਿਆ ਸੀਗਾ ਤੇ ਉਹ ਗਰਮ ਚਾਹ ਮੇਰੇ ਉੱਤੇ ਪੈ ਗਈ ਸੀ। ਕਿਉਂ ਡੁੱਲੀ ਕਿਉਂਕਿ ਮੇਰੇ ਹੱਥ ਕੰਬ ਰਹੇ ਸੀ। ਤੇ ਹੁਣ ਵੀ ਮਤਲਬ ਕਿਉਂਕਿ ਮੈਂ ਤੁਹਾਨੂੰ ਰੀਜ਼ਨ ਦੱਸਤਾ ਕਿ ਸ਼ਾਲ ਦੀ ਬੁੱਕਲ ਨਹੀਂ ਮਾਰ ਸਕਦੀ ਮਾਈਕ ਦਾ ਕਰਕੇ। ਇੱਕ ਸਵੈਟਰ ਪਾਇਆ ਹੋਇਆ 2 ਕੁੱਟੀਆਂ ਪਾਈਆਂ ਹੋਈਆਂ ਉੱਪਰ ਦੀ ਆ ਜੈਕਟ ਪਾਈ ਹੋਈ ਆ ਉਹਦਾ ਕਰਕੇ। ਤੇ ਮਤਲਬ ਮੈਂ ਤੇ ਤੁਹਾਡੇ ਸਾਹਮਣੇ ਆ ਮੈਂ ਕੀ ਕਵਾਂ ਹਨਾ। ਤੇ ਮਤਲਬ ਮੇਰੀ ਕੋਸ਼ਿਸ਼ ਹੁੰਦੀ ਆ ਕਿ ਹਰ ਦਿਨ ਚਾਹੇ ਹਿਸਟਰੀ ਆ ਚਾਹੇ ਜਿਓਗ੍ਰਾਫੀ ਆ ਐਨਸੀਈਆਰਟੀ ਤੋਂ ਪੰਜਾਬੀ 'ਚ ਟਰਾਂਸਲੇਟ ਕਰਦੀ ਆ। ਮੈਂ ਵੀਡੀਓ ਡੇਲੀ ਅਪਲੋਡ ਕਰਨੀ ਹੀ ਕਰਨੀ ਆ ਠੀਕ ਆ ਤੁਹਾਡੇ ਵਾਸਤੇ। ਤੇ
ਜੋ ਵੀ ਮੇਰੀ ਲਾਈਫ ਦੀ ਰਿਐਲਿਟੀ ਹੈ ਉਹ ਤੁਹਾਡੇ ਸਾਹਮਣੇ ਆ ਹਨਾ। ਤੇ ਤੁਸੀਂ ਇੰਨਾ ਕੁ ਮੇਰੇ ਲਈ ਕਰ ਦਿਆ ਕਰੋ, ਬਦਲੇ ਵਿੱਚ ਕੁਛ ਨਹੀਂ ਚਾਹੀਦਾ। ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ, ਠੀਕ ਆ, ਤੇ ਲਾਈਕ ਕਰ ਦਿਆ ਕਰੋ, ਠੀਕ ਆ। ਹੁਣ 500 ਤੋਂ ਵੱਧ ਬੱਚੇ ਮੇਰੇ ਨਾਲ ਜੁੜੇ ਨੇ ਤੇ ਲਾਈਕ ਸਾਡੇ 100 ਤੱਕ ਵੀ ਨਹੀਂ ਜਾ ਰਹੇ ਹਨਾ। ਤੇ ਜੇ ਤੁਸੀਂ ਸਪੋਰਟ ਦਿਖਾਓਗੇ ਤਾਂ ਮੇਰੇ ਵਿੱਚ એનર્ਜੀ ਆਊਗੀ ਹੋਰ ਹਨਾ, ਮੈਂ ਹੋਰ એનર્ਜੀ ਦੇ ਨਾਲ ਪੜਾਉਂਗੀ, ਠੀਕ ਆ। ਐਪਰੀਸ਼ੀਏਟ ਕਰਿਆ ਕਰੋ, ਠੀਕ ਆ, ਮੋਟੀਵੇਸ਼ਨ ਮਿਲਦੀ ਹੈ ਇੱਕ, ਠੀਕ ਆ। ਜ਼ਿਆਦਾ ਗੱਲਾਂ ਨਹੀਂ ਆਪਾਂ ਕਰਦੇ ਹੁਣ, ਜਾਨੇ ਆਪਾਂ ਕਿਉਂਕਿ ਆਪਾਂ ਕਰਨੀ ਆ 8ਵੀਂ ਕਲਾਸ ਦੀ ਜਿਓਗ੍ਰਾਫੀ। ਤੇ ਜਦੋਂ ਆਪਾਂ 8ਵੀਂ ਕਲਾਸ ਦੀ ਜਿਓਗ੍ਰਾਫੀ ਸਟਾਰਟ ਕਰਦੇ ਹਾਂ ਤੇ ਸਾਡਾ ਪਹਿਲਾ ਚੈਪਟਰ ਹੈਗਾ ਵਾ ਸੰਸਾਧਨ। ਪੰਜਾਬੀ ਦੇ ਵਿੱਚ ਸਾਧਨ ਵੀ ਕਹਿ ਦਿੰਦੇ ਆ, ਪਰ ਮੈਂ ਸੰਸਾਧਨ ਹੀ ਲਿਖਿਆ ਕਿਉਂਕਿ ਕੁਝ ਬੱਚਿਆਂ ਨੇ ਸੀਟੈਟ ਦਾ ਪੇਪਰ ਦੇਣਾ, ਉਹਨਾਂ ਲਈ ਹੈਲਪਫੁਲ ਰਹੂਗੀ ਕਲਾਸ ਨਾਲ ਦੀ ਨਾਲ, ਠੀਕ ਆ। ਤੇ ਜਿਹੜਾ ਪਹਿਲਾ ਚੈਪਟਰ ਆ, ਪਹਿਲਾਂ ਤਾਂ ਇਹਨਾਂ ਨੇ ਤੁਹਾਨੂੰ ਪਤਾ NCERT ਦੇ ਵਿੱਚ ਇਹਨਾਂ ਨੇ ਕਾਲਪਨਿਕ ਕਹਾਣੀਆਂ ਦੇ ਕੇ ਬੱਚਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਨਾ, ਜਿਹੜੀਆਂ ਕਿ ਸਾਡੇ ਲਈ ਕੁਛ ਜ਼ਿਆਦਾ ਇੰਪੋਰਟੈਂਟ ਨਹੀਂ ਹੈਗੀਆਂ। ਤੇ ਆਪਾਂ ਵਿੱਚੋਂ ਕਨਸੈਪਟ ਹੀ ਚੱਕਣੇ ਹੁੰਦੇ ਆ, ਠੀਕ ਆ। ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਸੰਸਾਧਨਾਂ ਦੀਆਂ ਕਿਸਮਾਂ ਕਰਨੀਆਂ ਵਾ। ਜਿਹੜੇ ਸਾਡੇ ਸੰਸਾਧਨ ਆ, ਸ਼ਾਇਦ ਆ ਤਾਂ ਈਜ਼ੀ ਆ ਪੁਆਇੰਟ ਹਨਾ, ਸਾਨੂੰ ਪਤਾ ਹੋਣਾ ਚਾਹੀਦਾ ਕਿ ਜਿਹੜੇ ਸੰਸਾਧਨ ਉਹਨਾਂ ਦੀਆਂ ਦੋ ਕਿਸਮਾਂ ਵਾ। ਇੱਕ ਸਾਡੇ ਕੋਲ ਪ੍ਰਕਿਰਤਿਕ ਸਾਧਨ ਹੁੰਦੇ ਆ, ਜਿਨ੍ਹਾਂ ਨੂੰ ਅਸੀਂ ਕੁਦਰਤੀ ਸਾਧਨ ਵੀ ਕਹਿ ਦਿੰਦੇ ਆ ਨਾ। ਇਹਨਾਂ ਵਿੱਚੋਂ ਕੁਐਸਚਨ MCQ ਬਹੁਤ ਆਉਂਦੇ ਆ, ਠੀਕ ਹੈ, ਆਉਂਦੇ ਵੀ ਏਦਾਂ ਦੇ ਆ ਟੇਢੇ ਜੇ, ਠੀਕ ਹੈ। ਤੁਹਾਨੂੰ ਦੇਖਣ ਚ ਲੱਗ ਰਿਹਾ ਹੋਊਗਾ ਕਿ ਟੌਪਿਕ ਸੌਖਾ, ਪਰ ਸੌਖਾ ਨਹੀਂ ਆ, ਠੀਕ ਹੈ। ਫਿਰ ਕਹਿੰਦੇ ਆ ਕਿ ਇੱਕ ਹੁੰਦੇ ਆ ਮਾਨਵੀ ਸੰਸਾਧਨ, ਯਾਨੀ ਕਿ ਜਿਨ੍ਹਾਂ ਨੂੰ ਅਸੀਂ ਮਨੁੱਖੀ ਸਾਧਨ ਵੀ ਕਹਿ ਦਿੰਦੇ ਆ, ਯਾਨੀ ਕਿ ਜਿਹੜੇ ਸੰਸਾਧਨ ਮਨੁੱਖਾਂ ਦੁਆਰਾ ਜਿਹੜੇ ਆ ਤਿਆਰ ਕੀਤੇ ਜਾਂਦੇ ਆ, ਠੀਕ ਆ। ਉਸ ਤੋਂ ਬਾਅਦ ਯਾਦ ਰੱਖਣਾ ਕਿ ਜਿਹੜੇ ਪ੍ਰਕਿਰਤੀ ਸਾਧਨ ਆ ਇਹ ਅੱਗੋਂ ਦੋ ਤਰ੍ਹਾਂ ਦੇ ਆ, ਨਵੀਨੀਕਰਨ ਤੇ ਅਨਵੀਨੀਕਰਨ। ਇਹ ਹਿੰਦੀ ਦੇ ਲਫ਼ਜ਼ ਹੀ ਮੈਂ ਪੰਜਾਬੀ ਚੋਂ ਐਜ਼ ਇਟ ਇਜ਼ ਲਿਖਤੇ ਆ, ਜਿਨ੍ਹਾਂ ਨੂੰ ਅਸੀਂ ਕਹਿ ਦਿੰਦੇ ਆ ਨਵਿਆਉਣਯੋਗ ਸਾਧਨ, ਅਸੀਂ ਪੰਜਾਬੀ ਚ ਇਹਨਾਂ ਨੂੰ ਕਹਿੰਦੇ ਆ, ਠੀਕ ਹੈ। ਨਵਿਆਉਣਯੋਗ ਸਾਧਨ ਹੋ ਗਏ ਤੇ ਜਾਂ ਫਿਰ ਹੋ ਗਏ ਨਵਿਆਉਣਯੋਗ ਤੇ ਅਨਵਿਆਉਣਯੋਗ ਸਾਧਨ, ਜਿਨ੍ਹਾਂ ਨੂੰ ਅਸੀਂ ਕਹਿ ਦਿੰਦੇ ਆ, ਠੀਕ ਹੈ, ਅਨਵਿਆਉਣਯੋਗ ਸਾਧਨ, ਠੀਕ ਹੈ। ਪੜ੍ਹਦੇ ਆ ਇਹਨਾਂ ਦੇ ਬਾਰੇ। ਸਭ ਤੋਂ ਪਹਿਲਾਂ ਤਾਂ ਪਤਾ ਹੋਣਾ ਚਾਹੀਦਾ ਸਾਨੂੰ ਕਿ ਸੰਸਾਧਨ ਜਿਹੜੇ ਨੇ ਉਹ ਕੀ ਨੇ, ਠੀਕ ਹੈ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਪ੍ਰਕਿਰਤਿਕ ਸਾਧਨ ਜਿਹੜੇ ਆ ਇਹ ਕੀ ਹੁੰਦੇ ਨੇ, ਧਿਆਨ ਨਾਲ ਸਮਝੋ। ਕਹਿੰਦੇ ਜੋ ਕੁਦਰਤ ਤੋਂ ਪ੍ਰਾਪਤ ਹੁੰਦੇ ਹਨ, ਠੀਕ ਆ, ਬਿਨਾਂ ਕਿਸੇ ਸ਼ੁੱਧੀ ਦੇ ਪ੍ਰਯੋਗ ਵਿੱਚ ਲਿਆਂਦੇ ਜਾਂਦੇ ਹਨ, ਠੀਕ ਆ। ਯਾਨੀ ਕਿ ਜਿਹੜੇ ਪ੍ਰਕਿਰਤਿਕ ਸਾਧਨ ਉਹ ਸਾਨੂੰ ਕੁਦਰਤ ਤੋਂ ਪ੍ਰਾਪਤ ਹੁੰਦੇ ਆ, ਠੀਕ ਆ, ਇਹ ਸਾਨੂੰ ਸਾਰਿਆਂ ਨੂੰ ਪਤਾ। ਯਾਨੀ ਕਿ ਨਾਲ ਦੀ ਨਾਲ ਇਹ ਪੁਆਇੰਟ ਨੂੰ ਯਾਦ ਰੱਖਣਾ ਕਿ ਸਾਨੂੰ ਉਹਨਾਂ ਦੇ ਵਿੱਚ ਕੋਈ ਸ਼ੁੱਧੀ ਨਹੀਂ ਕਰਨੀ ਪੈਂਦੀ, ਠੀਕ ਆ। ਉਹ ਉਸੇ ਤਰ੍ਹਾਂ ਹੀ ਅਸੀਂ ਪ੍ਰਯੋਗ ਦੇ ਵਿੱਚ ਲੈ ਆਉਂਦੇ ਆ ਜਿਸ ਵਿੱਚ ਅਸੀਂ ਸਾਹ ਲੈਂਦੇ ਹਾਂ। ਹੁਣ ਕੁਦਰਤ ਦੇ ਵਿੱਚ ਸਾਨੂੰ ਇੰਨਾ ਕੁਝ ਮਿਲਦਾ, ਜੇ ਕੁਦਰਤ ਆ ਤੇ ਅਸੀਂ ਸਾਹ ਲੈਂਦੇ ਹਾਂ, ਜੇ ਕੁਦਰਤ ਨਾ ਹੁੰਦੀ ਤੇ ਅਸੀਂ ਸਾਹ ਕਿੱਦਾਂ ਲੈਂਦੇ। ਰੁੱਖ, ਪੇੜ ਪੌਦੇ, ਇਹ ਸਾਡਾ ਵਾਯੂਮੰਡਲ ਸਭ ਕੁਝ ਕੁਦਰਤ ਦੇ ਵਿੱਚ ਹੀ ਆਉਂਦਾ ਵਾ। ਫਿਰ ਇਹ ਕਹਿੰਦੇ ਜਿਵੇਂ ਨਦੀਆਂ, ਝੀਲਾਂ, ਮਿੱਟੀ, ਖਣਿਜ, ਕੁਝ ਸਾਧਨਾਂ ਦੀ ਵਰਤੋਂ ਕਰਨ ਲਈ ਸਾਨੂੰ ਕੁਝ ਔਜ਼ਾਰਾਂ ਦੀ ਜ਼ਰੂਰਤ ਪੈਂਦੀ ਹੈ। ਇਹੋ ਹੀ ਵੱਖਰਾ ਜਿਹਾ ਪੁਆਇੰਟ ਇਹਦੇ ਵਿੱਚ, ਕਿਉਂਕਿ ਸਾਨੂੰ ਪਤਾ ਨਹੀਂ ਹੈ ਕਿ ਆਪਸ਼ਨਾਂ ਕਿਸ ਤਰੀਕੇ, 4 ਆਪਸ਼ਨਾਂ ਨੂੰ ਕਿਸ ਤਰ੍ਹਾਂ ਘੁਮਾ ਫਿਰਾ ਸਕਦੇ ਆ। ਇਹ ਤੁਹਾਨੂੰ ਵੀ ਹੁਣ ਤੱਕ ਪਤਾ ਲੱਗ ਚੁੱਕਾ ਵਾ, ਠੀਕ ਆ। ਇਸ ਪੁਆਇੰਟ ਨੂੰ ਯਾਦ ਰੱਖਣਾ, ਭਾਵੇਂ ਕਿ ਪ੍ਰਕਿਰਤਿਕ ਸਾਧਨ, ਇਹਦਾ ਕੁਐਸਚਨ ਕਿੱਦਾਂ ਬਣਨਾ ਇਹ ਵੀ ਸਮਝ ਲਿਓ। ਇਹ ਕਹਿਣਗੇ ਕਿ ਸਾਧਨ ਜਿਹੜੇ ਆ ਬਿਨਾਂ, ਉਹਨਾਂ ਨੇ ਸਾਧਨ ਦਾ ਨਾਮ ਨਹੀਂ ਦੇਣਾ, ਇਹਨਾਂ ਨੇ ਕਹਿਣਾ ਹੇਠਾਂ ਲਿਖੇ A ਤੇ R ਦੀ ਸਹੀ ਵਿਆਖਿਆ ਕਰੋ। ਇਹ ਆਪਸ਼ਨ ਇਹਨਾਂ ਨੇ ਲਿਖੀ ਹੋਊਗੀ ਬਿਨਾਂ ਕਿਸੇ ਸ਼ੁੱਧੀ ਦੇ ਪ੍ਰਯੋਗ ਵਿੱਚ ਲਿਆਂਦੇ ਜਾ ਸਕਦੇ ਹਨ। ਫਿਰ ਇਹਨਾਂ ਨੇ ਲਿਖਿਆ ਹੋਊਗਾ ਜਿਵੇਂ ਨਦੀਆਂ, ਝੀਲਾਂ, ਮਿੱਟੀ, ਖਣਿਜ, ਕੁਝ ਸਾਧਨਾਂ ਦੀ ਵਰਤੋਂ ਕਰਨ ਲਈ ਸਾਨੂੰ ਕੁਝ ਔਜ਼ਾਰਾਂ ਦੀ ਜ਼ਰੂਰਤ ਪੈ ਸਕਦੀ ਹੈ। ਹੇਠਾਂ ਲਿਖਿਆਂ ਵਿੱਚੋਂ ਇਹ ਕਿਹੜੇ ਸਾਧਨਾਂ ਦਾ ਹਿੱਸਾ ਵਾ। ਉੱਥੇ ਸਾਨੂੰ 4 ਆਪਸ਼ਨ ਦਿੱਤੀਆਂ ਹੋਣਗੀਆਂ, ਉੱਥੇ ਤੁਸੀਂ ਰਾਈਟ ਆਪਸ਼ਨ ਕਰਨੀ ਆ ਪ੍ਰਕਿਰਤਿਕ ਸਾਧਨ। ਹਾਲਾਂਕਿ ਪ੍ਰਕਿਰਤਿਕ ਸਾਧਨ ਜਿਹੜੇ ਆ, ਕੁਦਰਤੀ ਸਾਧਨ ਜਿਹੜੇ ਆ ਸਾਨੂੰ ਕੁਦਰਤ ਨੂੰ ਮਿਲਦੇ ਆ, ਬਿਨਾਂ ਕਿਸੇ ਸ਼ੁੱਧੀ ਤੋਂ ਅਸੀਂ ਉਹਨਾਂ ਨੂੰ ਵਰਤ ਲੈਂਦੇ ਆ। ਪਰ ਯਾਦ ਰੱਖਿਓ ਕੁਝ ਸਾਧਨ ਇਹਨਾਂ ਦੇ ਵਿੱਚੋਂ ਇਦਾਂ ਦੇ ਆ ਜਿਨ੍ਹਾਂ ਨੂੰ ਵਰਤਣ ਲਈ ਸਾਨੂੰ ਕੁਝ ਔਜ਼ਾਰਾਂ ਦੀ ਜ਼ਰੂਰਤ ਪੈਂਦੀ ਆ। ਕਿਹੜੇ ਕਿਹੜੇ? ਨਦੀਆਂ ਹੋ ਗਈਆਂ, ਝੀਲਾਂ ਹੋ ਗਈਆਂ, ਮਿੱਟੀ ਹੋ ਗਈ, ਹੁਣ ਖਣਿਜ ਆ, ਖਣਿਜ ਪਦਾਰਥ ਅਸੀਂ ਧਰਤੀ ਵਿੱਚੋਂ ਕੱਢਣੇ ਆ, ਉਹਦੇ ਬਾਰੇ ਜੇ ਮਾਈਨਿੰਗ ਕਰਦੇ ਆ, ਖਨਨ ਜਿਹਨੂੰ ਕਹਿ ਦਿੰਦੇ ਆ ਹਨਾ, ਉਹਦੇ ਲਈ ਸਾਨੂੰ ਕੋਈ ਔਜ਼ਾਰ ਦੀ ਜ਼ਰੂਰਤ ਪਊਗੀ, ਧਰਤੀ ਦੇ ਵਿੱਚੋਂ ਕੋਈ ਖਣਿਜ ਕੱਢਣਾ ਹਨਾ। ਉਸ ਤੋਂ ਬਾਅਦ ਨਦੀਆਂ ਦਾ ਪਾਣੀ ਵਰਤਣਾ ਵਾ, ਉਹਦੇ ਲਈ ਵੀ ਕੋਈ ਨਾ ਕੋਈ ਔਜ਼ਾਰਾਂ ਦੀ ਲੋੜ ਪਊਗੀ। ਝੀਲਾਂ, ਇਹਨਾਂ ਦਾ ਪਾਣੀ ਅਸੀਂ ਵਰਤਣਾ ਵਾ, ਠੀਕ ਆ, ਉਹਦੇ ਲਈ ਵੀ ਸਾਨੂੰ ਕੁਝ ਔਜ਼ਾਰਾਂ ਦੀ ਲੋੜ ਪਊਗੀ। ਮਿੱਟੀ ਆ,
ਅਸੀਂ ਮਿੱਟੀ ਨੂੰ ਕਾਹਦੇ ਵਾਸਤੇ ਯੂਜ਼ ਕਰਦੇ ਹਾਂ, ਅਸੀਂ ਖੇਤੀ ਕਰਦੇ ਹਾਂ, ਠੀਕ ਹੈ। ਮਿੱਟੀ ਨੂੰ ਉਹਨੂੰ ਪੱਧਰਾ ਕਰਨਾ, ਉਹਨੂੰ ਹਨਾ, ਜਿਵੇਂ ਆਪਾਂ ਆਮ ਹੀ, ਆਪਾਂ ਕਿਸਾਨ ਹੀ, ਆਪਾਂ ਨੂੰ ਸਭ ਪਤਾ ਹਨਾ। ਹੁਣ ਅਸੀਂ ਤੇ ਉੱਥੇ ਸੁੱਟ ਨਹੀਂ ਦਿੰਦੇ ਹਨਾ, ਬੀਜ ਫਸਲ ਜੋ ਵੀ, ਜਾ ਕੇ ਪਹਿਲਾਂ ਉਸ ਮਿੱਟੀ ਨੂੰ ਤਿਆਰ ਕਰਦੇ ਆ ਵੀ ਉਹ ਫਸਲ ਪੈਦਾ ਕਰਨ ਦੇ ਯੋਗ ਹੋ ਸਕੇ, ਠੀਕ ਹੈ। ਹੈਗੇ ਤਾਂ ਇਹ ਕੁਦਰਤੀ ਸਾਧਨ ਆ, ਪਰ ਇਹਨਾਂ ਨੂੰ ਵਰਤਣ ਲਈ ਸਾਨੂੰ ਜਿਹੜੇ ਆ ਕੁਛ ਔਜ਼ਾਰਾਂ ਦੀ ਜ਼ਰੂਰਤ ਪੈਂਦੀ ਹੈ। ਉਸ ਤੋਂ ਬਾਅਦ ਜਿਹੜੇ ਸਾਡੇ ਪ੍ਰਕਿਰਤਿਕ ਸਾਧਨ ਆ, ਮੈਂ ਤੁਹਾਨੂੰ ਦੱਸਿਆ ਸੀ, ਦੋ ਤਰ੍ਹਾਂ ਦੇ, ਇੱਕ ਤਾਂ ਨਵੀਨੀਕਰਨ ਹੋ ਗਿਆ ਤੇ ਇੱਕ ਅਨਵੀਨੀਕਰਨ ਹੋ ਗਿਆ, ਠੀਕ ਹੈ। ਨਵੀਨੀਕਰਨ ਦਾ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦੇਣੀ, ਕਿਉਂਕਿ ਅਸੀਂ ਸਕੂਲ ਟਾਈਮ ਤੋਂ ਪੜ੍ਹਦੇ ਆਏ, ਕੁਝ ਔਖਾ ਨਹੀਂ ਆ। ਮੈਂ ਤਾਂ ਸੋਚ, ਕਿਉਂਕਿ ਆਪਣੇ ਟਾਈਮ ਦੀ ਬਚਤ ਹੋ ਜੂਗੀ, ਓਨਾ ਹੀ ਆਪਾਂ ਛੇਤੀ ਕੰਟੈਂਟ ਕਵਰ ਕਰ ਜਾਵਾਂਗੇ, ਠੀਕ ਹੈ। ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦੇਣੀ, ਜਿਹੜਾ ਪੁਆਇੰਟ ਔਖਾ ਸਮਝਾਉਣ ਵਾਲਾ ਮੈਂ ਤੁਹਾਨੂੰ ਸਮਝਾ ਦਾਂਗੀ। ਇਹ ਕਹਿੰਦੇ ਆ, नवीनीकरण संसाधन वह संसाधन है जो शीघ्रता से नवीकृत अथवा पुनर्पूरित हो जा सकते हैं, यानी कि इन्हां नूं दुबारा वरतों दे विच एक वारी वरत के इन्हां नूं दुबारा वरतों दे विच लिआंदा जा सकदा, ठीक है। जिवें पानी आ, पानी गंदा हो गया उहनूं असीं साफ कर सकदे हां, ठीक है। फिर जिवें मिट्टी आ हना, मिट्टी की उपजाऊ शक्ति खत्म हो गई, ओहदी असीं मिट्टी की उपजाऊ शक्ति असीं दोबारा वापस लिया सकते हैं हना, ये सानूं सारिआं नूं पता। फिर कहंदे इनमें से कुछ असीमित है और उन पर मानवीय क्रियाओं का प्रभाव नहीं होता, जैसे सौर और पवन ऊर्जा। कहंदे इन्हां विचों कुछ साधन इदां दे आ जिन्हां ते मनुखी क्रियावां दा कोई भी प्रभाव नहीं पैंदा। हुण सूरज दी रोशनी मिलदी आ सानूं, ਉਹਦੇ ਤੇ ਮਨੁੱਖ ਦਾ ਕੋਈ ਪ੍ਰਭਾਵ, ਮਨੁੱਖੀ ਕਿਰਿਆਵਾਂ ਦਾ ਕੋਈ ਪ੍ਰਭਾਵ ਨਹੀਂ ਪਊਗਾ। ਉਹ ਜਿੰਨੀ ਰੋਸ਼ਨੀ ਦਿੰਦਾ ਸਾਨੂੰ ਉਨੀ ਦੇਈ ਜਾਣੀ, ਅਸੀਂ ਉਹਨੂੰ ਅਸੀਂ ਉਸ ਰੋਸ਼ਨੀ ਨੂੰ ਜਿੰਨਾ ਮਰਜ਼ੀ ਵਰਤੋਂ ਦੇ ਵਿੱਚ ਲਈ ਆਈਏ, ਠੀਕ ਹੈ, ਉਹ ਖਤਮ ਨਹੀਂ ਹੋਊਗੀ, ਠੀਕ ਹੈ, ਇਹ ਚੀਜ਼। ਫਿਰ ਇਹ ਕਹਿੰਦੇ ਆ ਪਵਨ ਊਰਜਾ ਦਾ ਪਤਾ ਨਾ, ਉਹਨੂੰ ਅਸੀਂ ਜਿੰਨਾ ਮਰਜ਼ੀ ਵਰਤੋਂ ਚ ਲਈ ਆਈਏ ਉਹ ਖਤਮ ਨਹੀਂ ਹੋ ਸਕਦੀ। ਕਹਿੰਦੇ ਇਹ ਅਸੀਮਤ ਮਤਲਬ ਇਹ ਖਤਮ ਨਹੀਂ ਹੋ ਸਕਦੇ, ਠੀਕ ਹੈ। फिर कहते लेकिन फिर भी कुछ नवीनीकरण संसाधन जैसे जल, मुद्रा और वन का लापरवाही से किया गया उपयोग उनके भंडार को प्रभावित कर सकता है। बस यही तो पॉइंट असीं कढना ही, जिद्दां मैं तुहानूं इत्थे दस्सिया, मैं तुहानूं इत्थे की दस्सिया भी भावें कुदरती साधन असीं बिना किसी शुद्धि दे वरतदे हां, पर कुछ औजारां दे नाल कुछ क साधनां नूं सानूं वरतना पैंदा। उसे तरह ही नवीनीकरण दे विच इन्हां ने कहा भी कुछ साधन तां असीमत मतलब भी बहुत ज्यादा आ, जिन्ना मर्जी वरती जाइए खत्म नहीं होणगे। जिवें सौर ऊर्जा होया, सूरज की ऊर्जा, पवन ऊर्जा होया, पर उन्होंने कहा भी कुछ नवीनीकरण साधन इदां दे आ, हुण रुख आ हैगे ते कुदरत दे विच ही आउंदे आ रुख। असीं अन्नेवाह जंगल कट्टी जाने आ, हालांकि असीं रुख दोबारा लगा सकदे आ, क्योंकि नवीनीकरण आ ना, नवीनीकरण, ठीक है। समझो इस चीज नूं, हालांकि असीं रुख बहुत सारे लगा सकते हैं, पर मनुख की कर रहा, ज्यादा कट्टी जा रहा, लाउंदा है नहीं है। ਇਹੋ ਹੀ ਚੀਜ਼ ਤੇ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ, ਮਿੱਟੀ ਆ, ਜਲ ਆ, ਪਾਣੀ ਦੀ ਕਿੰਨੀ ਹਨਾ। ਹੁਣ ਸਾਡੇ ਘਰਾਂ ਵਿੱਚ ਟੈਬ ਲੱਗੀਆਂ, ਬੱਚੇ ਔਨ ਕਰ ਦਿੰਦੇ, ਉਹ ਔਨ ਹੀ ਰਹਿੰਦੀਆਂ, ਬੰਦ ਨਹੀਂ ਕਰਦੇ। ਹੋਰ ਵੀ ਕਿੰਨਾ ਕੁਝ ਹਨਾ। ਹੁਣ ਜਿਹੜੇ ਆ ਕਿਸਾਨ ਹੋਣਗੇ, ਜਿਹੜੇ ਜੱਟ ਜ਼ਿਮੀਂਦਾਰ ਹੋਣਗੇ, ਉਹਨਾਂ ਨੂੰ ਪਤਾ 600 ਫੁੱਟ ਡੂੰਘੇ ਅਸੀਂ ਬੋਰ ਕਰ ਰਹੇ ਹਾਂ ਹਨਾ, ਤੇ ਝੋਨੇ ਦੀ ਖੇਤੀ ਅਸੀਂ ਕਿੰਨੀ ਕਰਦੇ ਹਾਂ, ਸਾਡੇ ਪਾਣੀ ਦਾ ਕਿੰਨਾ ਜ਼ਿਆਦਾ ਹੈਗਾ ਹਨਾ। ਸੋ ਇਹ ਤਿੰਨ ਚੀਜ਼ਾਂ ਜਿਹੜੀਆਂ ਵਾ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ, ਹਾਲਾਂਕਿ ਭਾਵੇਂ ਨਵੀਨੀਕਰਨ ਆ, ਦੁਬਾਰਾ ਨਵਿਆਈਆਂ ਜਾ ਸਕਦੀਆਂ ਵਾ, ਪਰ ਮਨੁੱਖ ਇਹਨਾਂ ਦੀ ਅੰਨ੍ਹੇਵਾਹ ਵਰਤੋਂ ਕਰ ਰਿਹਾ ਵਾ, ਜੋ ਕਿ ਗਲਤ ਆ। ਇਹ ਚੀਜ਼ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ। ਫਿਰ ਇਹ ਕਹਿੰਦਾ उपयोग उनके भंडार को, हाँ ठीक है ਆਪਾਂ ਕਰ ਲਿਆ। फिर कहते जल असीमित नवीनीकरण संसाधन प्रतीत होता है, फिर भी जल की कमी और प्राकृतिक जल स्रोतों का सूखना आज विश्व में के बहुत से भागों में एक बड़ी समस्या है। ਕਹਿੰਦੇ मतलब उन्होंने तीन चीज़ां दसियां, एक जल, एक मिट्टी ते एक रुख, ਜਿਹੜੇ मैं ਤੁਹਾਨੂੰ ਤਿੰਨਾਂ ਬਾਰੇ ਦੱਸਿਆ। पर ਕਹਿੰਦੇ ਇਹਨਾਂ ਵਿੱਚ ਜਲ ਦੇ ਬਾਰੇ ਜਦੋਂ ਤੁਸੀਂ ਸੋਚੋਗੇ ਤੇ ਤੁਹਾਡੇ ਮਨ ਦੇ ਵਿੱਚ ਆਊਗਾ ਕਿ ਪਾਣੀ ਜਿਹੜਾ ਵਾ ਉਹਨੂੰ ਤਾਂ ਦੁਬਾਰਾ ਨਵਿਆਇਆ ਜਾ ਸਕਦਾ ਵਾ, ਪਾਣੀ ਦੇ ਖਤਮ ਹੋਣ ਦਾ ਖਤਰਾ ਕਿਉਂ, ਠੀਕ ਹੈ। ਕਹਿੰਦੇ ਇਹਦੀ ਉਦਾਹਰਨ ਆ ਸਾਡੇ ਭਾਰਤ ਦੇ ਵਿੱਚ ਹੀ ਕੁਝ ਖੁਸ਼ਕ ਖੇਤਰ ਜਿੱਥੇ ਪਾਣੀ ਲਈ ਲੋਕ ਤਰਸ ਰਹੇ ਆ, ਜਿੱਥੇ 10 ਰੁਪਏ ਦਾ ਵੀ ਕਿਤੇ ਘੁੱਟ ਪਾਣੀ ਨਹੀਂ ਮਿਲਦਾ। ਇੱਧਰ ਤੁਸੀਂ ਚਲ ਜਾਓ ਰਾਜਸਥਾਨ ਵਾਲਾ, ਸਾਡਾ ਬੀਐਡ ਦੇ ਵਿੱਚ ਟ੍ਰਿਪ ਗਿਆ ਸੀ ਤੇ ਅਸੀਂ ਜਿਹੜੀ 20 ਰੁਪਏ ਦੀ ਬੋਟਲ ਆਪਣੇ ਇੱਥੇ ਪਾਣੀ ਦੀ ਮਿਲਦੀ, ਉੱਥੇ 100 ਦੀ ਲਈ ਸੀ ਮੈਂ ਖੁਦ, ਤੇ 5 ਦਿਨ ਟ੍ਰਿਪ ਰਿਹਾ ਸੀ ਸਾਡਾ ਉੱਥੇ ਜੈਪੁਰ ਰਾਜਸਥਾਨ ਦੇ ਵਿੱਚ, ਤੇ 7-8 ਬੋਤਲਾਂ ਪਾਣੀ ਦੀਆਂ ਮੈਂ ਕੱਲੀ ਪੀ ਗਈ। ਤੇ ਤੁਸੀਂ ਆਪ ਸੋਚੋ 400-500 ਦਾ ਮੈਂ ਪਾਣੀ ਪੀ ਗਈ ਸੀ,
ठीक है। ਜਿਹੜੀ 20-30 ਰੁਪਏ ਦੀ ਬੋਟਲ ਸਾਡੇ ਇੱਧਰ ਪਾਣੀ ਦੀ ਮਿਲਦੀ ਨਾ 1 ਲੀਟਰ ਵਾਲੀ, ਉਹ ਉੱਥੇ 100-150 ਦੀ ਮਿਲਦੀ ਆ। ਤੇ ਤੁਸੀਂ ਖੁਦ ਸੋਚੋ ਵੀ ਇਹ ਪਾਣੀ ਜਿਹੜਾ ਵਾ ਕਿੰਨਾ ਹੈਗਾ ਤੇ ਕੁਦਰਤੀ ਸਾਧਨ ਆ। ਤੁਹਾਡੇ ਮਨ 'ਚ ਹੋਊਗਾ ਵੀ ਨਵਿਆਇਆ ਜਾ ਸਕਦਾ, ਹਾਂ ਨਵਿਆਇਆ ਜਾ ਸਕਦਾ, ਪਰ ਪਾਣੀ ਖਤਮ ਹੋ ਰਿਹਾ, ਇਹ NCERT ਕਹਿ ਰਹੀ ਆ। ਠੀਕ ਹੈ, ਕਿਉਂਕਿ ਇਹ ਪੁਆਇੰਟ ਲਿਖਣ ਨੂੰ ਬਹੁਤ ਸੌਖੇ ਆ, ਪਰ ਇਹਨਾਂ ਨੂੰ ਇਹ ਸਮਝਾਉਣ ਵਾਲੇ ਸੀ, ਮੈਨੂੰ ਇਹ ਟਾਈਮ ਦੀ ਬਚਤ ਹੋ ਜੂ। ਠੀਕ ਹੈ, ਉਸ ਤੋਂ ਬਾਅਦ ਸਾਡੇ ਅੱਗੇ ਆ ਗਏ, ਸਮਝ ਆ ਗਈ ਨਾ ਨਵੀਨੀਕਰਨ ਦੀ ਚੰਗੀ ਤਰ੍ਹਾਂ, ਯਾਦ ਰੱਖਿਓ। ਠੀਕ ਹੈ, ਯਾਦ ਰੱਖਿਓ। ਇਹਦੇ ਵਿੱਚ ਇਹਨਾਂ ਨੇ ਗੱਲ ਕੀਤੀ ਆ, ਜਿਹੜੀ ਇਹਨਾਂ ਨੇ ਇੱਕ ਕਿਹਾ ਵਾ ਸੂਰਜ ਦੀ ਊਰਜਾ ਤੇ ਪਵਨ ਊਰਜਾ। ਠੀਕ ਹੈ, ਮੈਂ ਲਿਖ ਦਿੰਨੀ ਆ, ਸੂਰਜ ਊਰਜਾ, ਠੀਕ ਆ, ਇਹ ਸੀਮਿਤ ਆ, ਕਦੀ ਖਤਮ ਨਹੀਂ ਹੋਊਗੀ, ਜਿੰਨਾ ਮਰਜ਼ੀ ਵਰਤੀ ਜਾਈਏ। ਤੇ ਇੱਕ ਪਵਨ ਊਰਜਾ ਹੋਈ, ਠੀਕ ਹੈ, ਇੱਕ ਪਵਨ ਊਰਜਾ ਹੋਈ। ਠੀਕ ਆ, ਹੈਗੇ ਤਾਂ ਇਹ ਨਵੀਨੀਕਰਨ ਹੀ ਆ, ਨਵੇਂ ਆਏ ਜਾ ਸਕਦੇ ਆ ਹਨਾ, ਪਰ ਇਹਨਾਂ ਦੇ ਵਿੱਚੋਂ ਇੱਕ ਪਾਣੀ, ਇੱਕ ਮਿੱਟੀ ਤੇ ਇੱਕ ਰੁੱਖ, ਹਾਲਾਂਕਿ ਨਵੇਂ ਆਏ ਜਾ ਸਕਦੇ। ਯਾਦ ਰੱਖਿਓ, ਇਹਨਾਂ ਤਿੰਨਾਂ ਦੇ ਖਤਮ ਹੋਣ ਦਾ ਖਤਰਾ ਹੈਗਾ ਵਾ, ਚਾਹੇ ਨਵੇਂ ਆਏ ਜਾ ਸਕਦੇ, ਫਿਰ ਵੀ ਯਾਦ ਰੱਖਿਓ ਇਹਨਾਂ ਪੁਆਇੰਟ ਨੂੰ। ਇੱਥੋਂ ਤੁਹਾਡੇ ਕੁਐਸਚਨ ਬਣਨੇ ਆ, ਕੁਐਸਚਨ ਘੁਮਾ ਫਰਾ ਕੇ ਆਉਂਦੇ ਹੁੰਦੇ ਆ, ਫਿਰ ਉੱਥੇ ਤੁਸੀਂ ਵੇਖਦੇ ਹੁੰਦੇ ਆ ਮੂੰਹ ਚੱਕ ਕੇ। ठीक है, उस तो बाद आ गया नवीनीकरण पे आ जाओ। कहते वह संसाधन जिनका भंडार सीमित है, भंडार के एक बार समाप्त होने के बाद उनके नवीकृत अथवा पुनर्पूर्त होने में हजारों वर्ष लग सकते हैं। कहते अनवीनीकरण संसाधन ਉਹ ਆ ਵੀ ਜੇ ਇੱਕ ਵਾਰੀ ਖਤਮ ਹੋ ਗਏ, ਦੁਬਾਰਾ ਉਹਨਾਂ ਦੀ ਪੂਰਤੀ ਕਰਨ ਵਾਸਤੇ ਪਤਾ ਨਹੀਂ ਕਿੰਨੇ ਹਜ਼ਾਰ ਸਾਲ ਲੱਗ ਜਾਣਗੇ। ਠੀਕ ਆ, ਸਾਡੀਆਂ ਕਈ ਪੀੜ੍ਹੀਆਂ ਆ ਜਾਣਗੀਆਂ ਉਦੋਂ ਤੱਕ, ਜਾਨੀ ਕਿ ਇੱਕ ਵਾਰੀ ਖਤਮ ਹੋ ਗਏ, दोबारा उन्होंने पूर्ति करनी ਜਿਹੜੀ ਆ बहुत ज्यादा औखी आ। कहते यह अवधि मानव जीवन को अवधि से बहुत अधिक इस प्रकार के संसाधन अनवीनीकरण कहलाते हैं। कोयला, पेट्रोलियम तथा प्राकृतिक गैस इसके कुछ उदाहरण हैं। ठीक है, लिख लेने आप, जिमें कोयला हो गया, ठीक है, कोयला हो गया, पेट्रोलियम हो गया, ठीक है, कोयला हो गया, पेट्रोलियम हो गया, फिर इन्होंने क्या आ पेट्रोलियम हो गया ते कुदरती गैस जिहड़ी आ, ठीक है, ये एक बारी खत्म हो गई ते साडा जीवन जिहड़ा वा बहुत ही खतरे दे विच पै जाऊगा। हजारां साल भी लग जाणगे तां भी इन्हां दी पूर्ति नहीं होनी। ठीक है, इन्हां पॉइंट्स नूं तुसीं याद रखियो। फिर ये कहंदे आ प्राकृतिक संसाधनों का वितरण भूभाग, जलवायु, ऊंचाई जैसे अनेक भौतिक कारकों पर निर्भर करता है। मोस्ट इंपॉर्टेंट पॉइंट उन्होंने पता किवें क्वेश्चन पूछना, उन्होंने कहना वा प्राकृतिक साधना का वितरण किहदे ते निर्भर करदा। याद रखियो भूभाग ते। ठीक है, एक निर्भर करदा वा भूभाग ते, ठीक है, फिर निर्भर करदा वा जलवायु ते, ठीक है, फिर निर्भर करदा वा जलवायु ते, ठीक है, फिर निर्भर करदा वा ऊंचाई ते। ठीक है, ऊंचाई ते, हाँ, ये 3 पॉइंट याद रखियो। की कहते प्राकृतिक साधना का वितरण भूभाग, जलवायु, ऊंचाई जैसे अनेक भौतिक कारकों पर निर्भर करता है। की ने भौतिक कारक ने साडे साधना दे। ठीक है, भौतिक कारक ने। ठीक है, जिथे तीन जानी कि जिथे ये 3 चीजां होणगियां उत्थे सानू संसाधन भी मिलते रहणगे। जिथे 3 जलवायु नहीं होगी, प्रॉपर ऊंचाई नहीं होगी, भी ओदी ऊंचाई किन्नी आ। ठीक है, जिद्दां हुण साडे हिल एरिया ते चल जाओ, इदां करके उत्थे हुण किन्नियां चीजां दी घाट महसूस हुंदी है ना। हुण साडा मैदानी इलाका वा, साडे वर्गियां प्रॉपर फैसिलिटी थोड़ी उन्हां नूं मिल सकदियां। ठीक है, ये सारे जिहड़े आ इहदे भौतिक जिहड़े कारक आ, इस चीज नूं तुसीं याद दे विच रखियो। उस तो बाद असीं जाने आ अगले पॉइंट ते, जिहड़े ये ते हो गए साडे कुदरती साधन। अगले पॉइंट ते असीं जाने आ जिहड़े कि साडे हैगे आ मनुखी संसाधन। ठीक है, मैनू यह कि ये ना अपनी थोड़ी जल्दी हो रही है ते अपना जिहड़ा टाइम की बचत हो रही है। मनुखी संसाधन बारे मैं बोलूंगी, जिहड़ा पॉइंट नोट करने वाला है वो लिखूंगी। ठीक है, की कहते कभी कभी प्राकृतिक पदार्थ जब संसाधन बन जाते हैं, जब उनका मूल रूप बदल दिया जाता है। ठीक है, लो ऐसिक उस समय तक संसाधन नहीं था जब तक लोगों ने उससे लोहा बनाना नहीं सीखा था। की कहते इन्हां दे कहण दा मतलब आ कोई प्राकृतिक साधन, ठीक है, मनुखी संसाधन किद्दां बनिया, इधर देखो, एक हैगे आ कुदरती साधन। कुदरती साधन, हुण कुदरती साधन दे विच
ਸਾਡੇ ਆ ਜਾਂਦੇ ਆ ਖਣਿਜ। ਖਣਿਜ ਆਉਂਦੇ ਆ ਨਾ, ਸਾਨੂੰ ਸਾਰਿਆਂ ਨੂੰ ਪਤਾ ਵੀ ਸਾਡੇ ਖਣਿਜ ਆ ਜਾਂਦੇ ਆ ਹਨਾ ਕੁਦਰਤੀ ਸਾਧਨ ਦੇ ਵਿੱਚ। ਤੇ ਖਣਿਜ ਦੇ ਵਿੱਚ ਇੱਕ ਸਾਡਾ ਆਉਂਦਾ ਵਾ ਲੋਹ ਇਸਪਾਤ, ਇੱਕ ਤਰ੍ਹਾਂ ਦਾ ਤਰਲ ਪਦਾਰਥ ਹੈ ਨਾ ਲੋਹ ਇਸਪਾਤ, ਜਿਹਨੂੰ ਗਰਮ ਕਰਕੇ ਕੀ ਬਣਦਾ ਵਾ, ਲੋਹਾ ਬਣਦਾ। ਸਾਨੂੰ ਸਾਰਿਆਂ ਨੂੰ ਪਤਾ ਕਿ ਜਦੋਂ ਅਸੀਂ ਆਹ ਗੱਲ ਕਰਦੇ ਆ ਏਸ਼ੀਅਨ ਹਿਸਟਰੀ ਪੜ੍ਹਦੇ ਆ, ਅਸੀਂ ਲੋਹਾ ਯੁੱਗ ਬਾਰੇ ਪੜ੍ਹਦੇ ਨਹੀਂ ਆ, ਉਹ ਬਸ ਉਦੋਂ ਹੀ ਲੋਹੇ ਦੀ ਖੋਜ ਹੋਈ ਸੀ। ਕਹਿੰਦੇ ਕਿ ਕੋਈ ਵੀ ਸਾਧਨ ਉਦੋਂ ਤੱਕ ਮਨੁੱਖੀ ਸੰਸਾਧਨ ਬਣਦਾ ਵਾ ਜਦੋਂ ਕੁਦਰਤੀ ਸਾਧਨ ਦੇ ਰਾਹੀਂ ਉਹਦਾ ਕੋਈ ਮੂਲ ਰੂਪ ਬਦਲ ਦਿੱਤਾ ਜਾਂਦਾ। ਕਿਵੇਂ? ਵੇਖੋ, ਜਿਹੜਾ ਆ ਲੋਹ ਇਸਪਾਤ ਆ, ਇਹਦੇ ਤੋਂ ਕੀ ਬਣ ਗਿਆ, ਲੋਹਾ ਬਣ ਗਿਆ। ਇਹਦੇ ਤੋਂ ਕੀ ਬਣ ਗਿਆ, ਲੋਹਾ ਬਣ ਗਿਆ। ਤੇ ਲੋਹਾ ਕੀ ਬਣ ਗਿਆ, ਮਨੁੱਖੀ ਸੰਸਾਧਨ ਬਣ ਗਿਆ। ਕਨਸੈਪਟ ਕਲੀਅਰ ਹੋਇਆ ਨਾ, ਇਹੀ ਕਹਿਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਆ। ਇਸ ਪੁਆਇੰਟ ਨੂੰ ਤੁਸੀਂ ਯਾਦ ਰੱਖਿਓ। कहते लोग प्राकृतिक संसाधनों का उपयोग पुल, सड़क, मशीन और वाहन बनाने में करते हैं। ठीक है, पता होना चाहिए वा कि कहते प्राकृतिक साधनों का जिहड़ा प्रयोग है मनुख काहदे वास्ते करदा वा। वेखो, पुल बनाउण वास्ते, ठीक है, पुल बनाउण वास्ते, फिर सड़कां बनाउण वास्ते, ठीक है, पुल बनाउण वास्ते, सड़कां बनाउण वास्ते, मशीनां बनाउण वास्ते, ठीक है, मशीनां हो गई, होर कई प्रकार दे वाहन हो गए। ठीक है, ये किन्ने बनाए, मनुख ने बनाए। पुल बनाए मनुख ने बनाए, सड़कां बनाईयां मनुख ने बनाईयां, मशीनां बनाईयां मनुख ने बनाईयां, वाहन बनाए मनुख ने बनाए। पर उहदे पिछे काम किहड़े संसाधन कर रहे आ, प्राकृतिक साधन। क्योंकि जो कुदरती साधन अवेलेबल सी फिर ही मनुख इन्हां चीजां नूं बना सकिया। कंसैप्ट क्लीयर होया ना। जानी कि कोई भी तुहानूं इदां दा क्वेश्चन आ जाए कि मनुखी संसाधनां दे पिछे कुदरती संसाधन काम करदे आ, बिल्कुल करदे आ। ये ऑप्शन तुसीं ला के आउणी आ। होप सो कंसैप्ट क्लीयर हो गया होगा। फिर कहंदे जो मानवीय निर्मित संसाधन के नाम से जाने जाते हैं। ठीक है, इन्होंने कहा कि ये सारे मनुख जो भी तैयार करदा वा, इहदे पिछे की आ, कुदरती साधन जिहड़े आ। क्योंकि पहला जो इन्हां दा रॉ मटीरियल आ, जो है ना बजरी आ, कोई रेता आ, है ना लोके आ जिहदे लई सड़कां बनदियां, वो सारा कुछ की सी, कुदरती साधन। जदों उन्हां तो मनुख ने सड़कां तैयार कर लियां, पुल तैयार करते, ते वो की हो गए, मनुखी संसाधन। कंसैप्ट क्लीयर होया ना। जाने आपां अगे। कहंदे इसलिए हम जैसे लोग प्राकृतिक संसाधनों का उपयोग करके मानव निर्मित संसाधन बनाते हैं। कहंदे ऐसे ही करके असी कुदरती साधनों का प्रयोग करके असी मनुखी संसाधन बनाने आ। ठीक है, मोना ने समझते हुए कहा, हाँ राजू, वह स्वीकृत से सिर हिलाया। मैं तुहानूं दस्सिया सी भी NCERT ਦੀਆਂ ਜਿਹੜੀਆਂ ਕਿਤਾਬਾਂ ਨੇ वो बच्चे नूं कंसैप्ट क्लीयर करवाउण लई काल्पनिक कहानियां उन्होंने चैप्टरां दे विच दित्तियां वा। ठीक है, ताकि बच्चे इस तरीके नूं चंगी तरह समझ सकन। ठीक है, इस कंसैप्ट नूं। ठीक है, फिर ये कहंदे आ लोग और अधिक संसाधन बनाने के लिए प्रकृति का सबसे अच्छा उपयोग तभी कर सकते हैं जब उनके पास ऐसा करने का ज्ञान हो, कौशल तथा प्रयोग की उपलब्ध हो। ठीक है, फिर ये कहंदे आ इसलिए मनुष्य एक विशिष्ट प्रकार का संसाधन है, लोग मानव संसाधन है। ठीक है, याद रखियो मनुखी संसाधन जी जे कोई अगे किस्म आउंदी आ, ओदा तुसीं नाम रखना वा, ओदा नाम याद रखना वा, लोक मानव संसाधन। लोक मानव संसाधन की आ? हुण कुदरती साधनां नूं प्रयोग किद्दां करना। हुण आ ने पुल बनाए, सड़कां बनाईयां, अक्सर इन्हें कुदरती साधनां नूं प्रयोग करके बनाईयां। हुण मनुख क्यों कर सकदा है? क्योंकि मनुख दे कोल ज्ञान है। होर भी जिन्ना मर्जी ज्ञान वो गेन कर सकदा वा, नवे नवे कौशल सीख सकदा वा। ठीक है, हुण जे आपां आखीए भी हुण साडे जानवर आ, जानवर पुल बना लूगा, जानवर सड़क बना लूगा, जानवर मशीन बना लूगा। कहण दा भाव कि कुदरती साधना तो जेकर मनुखी संसाधन बनाने आ तो सिर्फ मनुख ही बना सकदा। क्यों? क्योंकि मनुख दे कोल ज्ञान आ। इसे ही करके इस मनुखी संसाधना दी किस्म आ लोक मानव संसाधन, जिन्हां कि सिर्फ मनुख ही तैयार कर सकदा। ठीक है, इस चीज नूं तुसीं याद रखना। कहंदे शिक्षा और स्वास्थ्य लोगों को बहुमूल्य संसाधन बनाने में मदद करती है। कहंदे सेहतमंद सेहत
ਤੇ ਸਿੱਖਿਆ ਕਹਿੰਦੇ ਆ ਮਨੁੱਖ ਨੂੰ ਬਹੁਤ ਹੀ ਜ਼ਿਆਦਾ ਅਧਿਕ ਸੰਸਾਧਨ ਬਣਾਉਣ ਵਿੱਚ ਹੈਲਪ ਕਰ ਸਕਦੀ। ਹੁਣ ਕੋਈ ਬੰਦਾ ਵਾ ਹੁਣ ਜਿੱਦਾਂ ਯਾਰ ਸਾਡੇ ਜਹਾਜ਼ ਬਣ ਗਿਆ ਹਨਾ, ਵੀ ਅਸੀਂ ਮਿੰਟਾਂ ਸਕਿੰਟਾਂ 'ਚ ਕਿਸੇ ਕੰਟਰੀ 'ਚ ਪਹੁੰਚ ਸਕਦੇ ਆ। ਬੰਦੇ ਦੀ ਐਜੂਕੇਸ਼ਨ ਸੀ, ਬੰਦੇ ਦਾ ਦਿਮਾਗ ਹੀ ਸੀ ना, है ना। उस तो बाद फिर कहते हैं कि अधिक संसाधनों के निर्माण में समर्थ होने के लिए लोगों के कौशल में सुधार करना मानव संसाधन विकास। ठीक है, ये नाल ही याद रखियो मानव संसाधन विकास की है। मानव संसाधन विकास की आ, ਇਹਦਾ ਮਤਲਬ ਇਹ ਆ ਕਿ ਮਨੁੱਖ ਜਿਹੜਾ ਵਾ ਵੱਧ ਤੋਂ ਵੱਧ ਸਾਧਨਾਂ ਦਾ ਵਿਕਾਸ ਕਰ ਸਕੇ, ਉਹਦੇ ਵਾਸਤੇ ਉਹਨੂੰ ਏਦਾਂ ਦੇ ਕੌਸ਼ਲ ਪ੍ਰਦਾਨ ਕਰਨਾ, ਕੋਈ ਸਕਿੱਲ ਦੇਣੀਆਂ ਉਹਨੂੰ ਏਦਾਂ ਦੀਆਂ, ਲਾਈਕ ਕੋਈ ਸਪੈਸ਼ਲ ਕੋਰਸ ਹੋ ਗਿਆ। ਏਦਾਂ ਦੇ ਸਾਡੇ ਹੁਣ ਕਿੰਨੇ ਕੋਰਸ ਚੱਲੇ ਆ, ਕੋਈ ਸਕਿੱਲ ਹੋ ਗਈਆਂ, ਕੋਈ ਐਜੂਕੇਸ਼ਨ, ਸਾਡੀ ਕੋਈ ਐਜੂਕੇਸ਼ਨ ਹੋ ਗਈ ਕਿਸੇ ਫਰਦਰ ਕਿਸੇ ਚੀਜ਼ ਨੂੰ ਤਿਆਰ ਕਰਨ ਦੀ, ਹਨਾ। ਇਹ ਸਾਰਾ ਕੁਝ ਠੀਕ ਹੈ। ਕਹਿੰਦੇ ਇਹ ਮਨੁੱਖੀ ਵਿਕਾਸ ਮਾਨਵ ਸੰਸਾਧਨ ਵਿਕਾਸ ਕਾਦੇ ਵਾਸਤੇ ਕੰਮ ਕਰਦਾ ਵਾ, ਤਾਂ ਕਿ ਮਨੁੱਖ ਵੱਧ ਤੋਂ ਵੱਧ ਹੋਰ ਸਾਧਨਾਂ ਨੂੰ ਡਿਵੈਲਪ ਕਰ ਸਕੇ। ਉਹਦੇ ਲਈ ਉਹਨੂੰ ਇੱਕ ਸਕਿੱਲ ਜਿਹੜੀਆਂ ਵਾ ਉਹਨੂੰ ਪ੍ਰੋਵਾਈਡ ਕੀਤੀਆਂ ਜਾਂਦੀਆਂ, ਉਹਨੂੰ ਐਜੂਕੇਸ਼ਨ ਪ੍ਰੋਵਾਈਡ ਕਰਵਾਈ ਜਾਂਦੀ ਤਾਂ ਕਿ ਮਨੁੱਖ ਹੋਰ ਸਾਧਨਾਂ ਨੂੰ ਡਿਵੈਲਪ ਕਰ ਸਕੇ। ਹੋਪ ਸੋ ਤੁਹਾਨੂੰ ਵਧੀਆ ਤੁਹਾਡਾ ਇੰਟਰਸਟ ਬਣਿਆ ਹੋਊਗਾ, ਤੁਹਾਨੂੰ ਸਮਝ ਆ ਰਹੀ ਹੋਊਗੀ। ਇਹਦੇ ਨਾਲ ਹੀ ਜਿਹੜਾ ਵਾ ਆਪਣਾ ਕਨਸੈਪਟ ਵੀ ਨਾਲ ਦੀ ਨਾਲ ਕਲੀਅਰ ਹੁੰਦਾ ਜਾਂਦਾ ਤੇ ਆਪਾਂ ਨੇ ਚੈਪਟਰ ਵੀ ਰੀਡ ਹੋਈ ਜਾਂਦੇ ਆ। ਠੀਕ ਹੈ। ਉਸ ਤੋਂ ਬਾਅਦ ਇਹ ਕਹਿੰਦੇ ਆ ਸੰਸਾਧਨ ਸੰਰਖਣ। ਸੰਸਾਧਨ ਸੰਰਖਣ ਕਿ ਜਿਹੜੇ ਸਾਡੇ ਇਹ ਸਾਧਨ ਆ, ਸੰਸਾਧਨ ਚਾਹੇ ਕੁਦਰਤੀ ਆ ਚਾਹੇ ਮਨੁੱਖੀ ਸੰਸਾਧਨ ਆ, ਇਹਨਾਂ ਦੀ ਸੁਰੱਖਿਆ ਅਸੀਂ ਕਿਵੇਂ ਕਰ ਸਕਦੇ ਆ। ਠੀਕ ਹੈ। ਇਹ ਕਹਿੰਦੇ ਆ संसाधनों का सवतापूर्वक उपयोग करना और उन्हें नवीनीकरण के लिए समय देना। जाने कहते हैं कि ਇਹ ਜਿਹੜੇ ਸਾਧਨ ਆ ਸਾਨੂੰ ਉਹਨਾਂ ਦਾ ਪ੍ਰਯੋਗ ਸਾਵਧਾਨੀ ਪੂਰਵਕ ਕਰਨਾ ਚਾਹੀਦਾ ਵਾ। ਸੰਸਾਧਨ ਜਿਹੜੇ ਉਹਨਾਂ ਨੂੰ ਦੁਬਾਰਾ ਕਿਵੇਂ ਨਵਿਆਉਣਾ ਵਾ, ਉਹਦੇ ਬਾਰੇ ਸਾਨੂੰ ਸਮਾਂ ਦੇਣਾ ਚਾਹੀਦਾ। ਸੰਸਾਧਨ ਸੰਰਖਣ ਕਹਿਲਾਤਾ ਹੈ। ਸੰਸਾਧਨ ਸੰਰਖਣ ਦਾ ਮਤਲਬ ਕੀ ਆ ਵੀ ਜਿਹੜੇ ਸਾਡੇ ਸਾਧਨ ਉਹਨੂੰ ਸਾਵਧਾਨੀ ਪੂਰਵਕ ਕਿਵੇਂ ਵਰਤਣਾ ਵਾ, ਜੇ ਉਹਨਾਂ ਨੂੰ ਨਵਿਆਇਆ ਜਾ ਸਕਦਾ ਤਾਂ ਉਹਦੇ ਬਾਰੇ ਸਮਾਂ ਉਹਨਾਂ ਨੂੰ ਕਿੱਦਾਂ ਦੇਣਾ, संसाधन संरक्षण कहलाता। ठीक है। संसाधनों का उपयोग करने की आवश्यकता और भविष्य के लिए उनके संरक्षण में संतुलित बनाए रखना सततपोषीय विकास कहलाता है। मोस्ट इंपॉर्टेंट पॉइंट। ठीक है। ठीक है। ਇਹ ਹੈਗਾ ਵਾ ਸਤਤ ਪੋਸ਼ਣੀ ਵਿਕਾਸ। ਹਿੰਦੀ ਦੇ ਵਿੱਚ ਉਹਨਾਂ ਨੇ ਇਦਾਂ ਲਿਖਿਆ ਵਾ। ਠੀਕ ਹੈ। ਸੀਟੈਟ ਵਾਲਿਓ ਤੁਹਾਡੇ ਲਈ ਬਹੁਤ ਇੰਪੋਰਟੈਂਟ ਆ, ਪੁੱਛਿਆ ਜਾ ਸਕਦਾ ਵਾ। ਠੀਕ ਹੈ। ਇਹਦਾ ਮਤਲਬ ਇਹ ਆ ਕਿ ਜਿਹੜੇ ਕੋਈ ਵੀ ਸਾਡੇ ਸਾਧਨ ਆ, ਠੀਕ ਹੈ, ਚਾਹੇ ਕੁਦਰਤੀ ਆ ਚਾਹੇ ਮਾਨਵੀ ਸੰਸਾਧਨ ਆ, ਕਹਿੰਦੇ ਉਹਨਾਂ ਦੀ ਵਰਤੋਂ ਇਸ ਆਧਾਰ ਤੇ ਨਹੀਂ ਕਰਨੀ, ਵਰਤੋਂ ਇਸ ਆਧਾਰ ਤੇ ਨਹੀਂ ਕਰਨੀ ਵੀ ਸਿਰਫ ਵਰਤਮਾਨ ਪੀੜੀ ਜਿਹੜੀ ਆ ਵਰਤ ਸਕੇ। ਠੀਕ ਹੈ। ਜਾਨੀ ਕਿ ਜਿਹੜੇ ਸਾਡੇ ਕੋਈ ਵੀ ਸੰਸਾਧਨ ਆ ਉਹਨਾਂ ਦੀ ਵਰਤੋਂ ਅਸੀਂ ਇਸ ਆਧਾਰ ਤੇ ਨਹੀਂ ਕਰਨੀ ਕਿ ਸਿਰਫ ਵਰਤਮਾਨ ਪੀੜ੍ਹੀ ਜਿਹੜੀ ਵਰਤ ਸਕੇ। ਉਹਨਾਂ ਦੀ ਵਰਤੋਂ ਅਸੀਂ ਕਿਸ ਆਧਾਰ ਤੇ ਕਰਨੀ ਆ, ਉਹਨਾਂ ਦੀ ਵਰਤੋਂ ਅਸੀਂ ਇਸ ਆਧਾਰ ਤੇ ਕਰਨੀ ਆ ਵੀ ਆਉਣ ਵਾਲੀ ਪੀੜ੍ਹੀ ਵੀ ਵਰਤ ਸਕੇ, ਆਉਣ ਵਾਲੀ ਪੀੜ੍ਹੀ ਜਾਂ ਭਵਿੱਖ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਵੀ ਉਹਨਾਂ ਦੀ ਵਰਤੋਂ ਕਰ ਸਕਣ। ਇਹਨੂੰ ਕੀ ਕਹਿੰਦੇ ਆ? ਸਤਤ ਪੋਸ਼ਣੀ ਵਿਕਾਸ। ਸਤਤ ਪੋਸ਼ਣੀ ਵਿਕਾਸ। ਸਮਝ ਲੱਗ ਗਈ? ਠੀਕ ਹੈ। ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ। ਫਿਰ ਕਹਿੰਦੇ ਆ संसाधन आ ਜਿਹੜੇ ਉਹਨਾਂ ਨੂੰ ਕਿਵੇਂ सुरक्षित रखा जा सकता। कहते व्यक्ति उपभोग को कम करके वस्तुओं के पुनर्चक्रण और पुनर्उपयोग द्वारा योगदान दे सकता है। अंत यह एक विभिन्नता बनाता है कि क्योंकि सभी जीवन एक दूसरे से जुड़े हैं। ठीक है। क्योंकि कहते आ कि मनुख ਜਿਹੜਾ ਵਾ पुनर्चक्कर ਦੇ ਰਾਹੀਂ ਜਿਹੜਾ ਵਾ ਸਾਨੂੰ ਪੁਨਰਚੱਕਰ ਦੇ ਰਾਹੀਂ ਜਿਹੜਾ ਵਾ ਇਹਨਾਂ ਸੰਸਾਧਨਾਂ ਨੂੰ ਸੁਰੱਖਿਅਤ ਰੱਖ ਸਕਦਾ। ਕਿਵੇਂ? ਕਹਿੰਦੇ ਕਿ ਜਿਵੇਂ ਕੁਦਰਤ ਦਾ ਨਿਯਮ ਆ। ਹੁਣ ਜਿਵੇਂ ਅਸੀਂ ਜਾਨਵਰਾਂ ਦੀ ਗੱਲ ਕਰ ਲਈਏ, ਸਾਨੂੰ ਦੋ ਤਰ੍ਹਾਂ ਦੇ ਜਾਨਵਰ ਮਿਲਦੇ ਆ, ਕੁਝ ਸ਼ਾਕਾਹਾਰੀ ਨੇ, ਕੁਝ ਮਾਸਾਹਾਰੀ ਨੇ, ਕੁਝ ਬਨਸਪਤੀ ਖਾਂਦੇ ਨੇ, ਕੁਝ ਮਾਸ ਖਾਂਦੇ ਨੇ। ਛੋਟੇ ਜਾਨਵਰ ਵੱਡੇ ਜਾਨਵਰਾਂ ਨੂੰ ਖਾਂਦੇ। ਹੁਣ ਕਿਤੇ ਨਾ ਕਿਤੇ ਮਨੁੱਖ ਵੀ ਜਾਨਵਰਾਂ ਤੇ ਡਿਪੈਂਡ ਆ। ਹੁਣ ਘਰ ਦੇ ਵਿੱਚ ਅਸੀਂ ਮੱਝਾਂ ਗਾਵਾਂ ਰੱਖੀਆਂ, ਅਸੀਂ ਉਹਨਾਂ ਤੇ ਡਿਪੈਂਡ ਨਹੀਂ। ਠੀਕ ਆ। ਸਾਡਾ ਕਈਆਂ ਦਾ ਤੇ ਕਿੱਤਾ ਹੀ ਉਹਨਾਂ ਤੋਂ ਚੱਲਦਾ, ਦੁੱਧ ਵੇਚ ਕੇ, ਹਨਾ। ਕਹਿਣ ਦਾ ਭਾਵ NCERT ਨੇ ਕਹਿਣ ਦੀ ਕੋਸ਼ਿਸ਼ ਕੀਤੀ ਆ ਵੀ ਮਨੁੱਖ ਨੂੰ ਤਾਂ ਪਤਾ ਨਾ ਇਹ ਚੀਜ਼ ਵੀ ਇਸ ਸੰਸਾਰ ਦੇ ਵਿੱਚ ਚਾਹੇ ਮਨੁੱਖ ਆ, ਜਾਨਵਰ ਆ, ਪਸ਼ੂ ਪੰਛੀ ਆ, ਕੀੜੇ ਮਕੌੜੇ ਆ, ਕੁਝ ਵੀ ਆ,
ਹਨਾ, ਉਹ ਇੱਕ ਦੂਜੇ ਤੇ ਡਿਪੈਂਡਡ ਆ। ਠੀਕ ਆ, ਜੇ ਇੱਕ ਚੀਜ਼ ਹੈਗੀ ਦੂਜੀ ਨਹੀਂ ਹੈਗੀ, ਦੂਜੀ ਚੀਜ਼ ਖਤਮ ਆ। ਜੇ ਦੂਜੀ ਚੀਜ਼ ਹੈਗੀ ਪਹਿਲੀ ਚੀਜ਼ ਨਹੀਂ ਹੈਗੀ ਤੇ ਉਹ ਚੀਜ਼ ਖਤਮ ਆ। ਸਮਝ ਲੱਗੀ? ਕਹਿੰਦੇ ਇਸ ਚੀਜ਼ ਦੀ ਜਿੱਦਣ ਸਮਝ ਆ ਗਈ ਮਨੁੱਖ ਨੂੰ, ਤੇ ਮਨੁੱਖ ਇਹਨਾਂ ਦੀ ਸਾਧਨਾਂ ਦੀ ਜਿਹੜੀ ਵਰਤੋਂ ਆ ਉਹ ਆਪਣੇ ਆਪ ਹੀ ਸੰਕੋਚ ਕੇ ਕਰੂਗਾ। ਕਹਿੰਦੇ ਉਸ ਸ਼ਾਮ ਬੱਚੋਂ ਕੇ, ਅੱਛਾ ਇਹ ਕਹਾਣੀ ਆ। ਠੀਕ ਆ, ਹਾਂ ਠੀਕ ਆ, ਮਤਲਬ ਚੈਪਟਰ ਕਵਰ ਹੋ ਗਿਆ। ਇਹਦੇ ਬਾਰੇ ਕੁਝ ਜਿਹੜੇ ਇੰਪੋਰਟੈਂਟ ਪੁਆਇੰਟ ਆ ਉਹ ਮੈਂ ਤੁਹਾਨੂੰ ਦੱਸਦੀ ਆ। ਇਹਦੇ ਵਿੱਚ ਇਹਨਾਂ ਨੇ ਇੱਕ ਤੇ ਦੱਸਿਆ ਵਾ, ਹਾਂ ਪੇਟੈਂਟ ਯਾਦ ਰੱਖਿਓ। ਠੀਕ ਹੈ, ਇਸ ਤਰੀਕੇ ਦੇ ਨਾਲ ਇੱਕ ਪੇਟੈਂਟ ਦਾ ਇਹਨਾਂ ਨੇ ਕਨਸੈਪਟ ਦੱਸਿਆ ਵਾ। पेटेंट की आ, पेटेंट कहते हैं साइड पे इन्होंने लिखा होंगे ना कि आप जानते हैं, कहते इसका तात्पर्य किसी विचार अथवा आविष्कार पर एकमात्र अधिकार। ठीक है, किसी आविष्कार ते, ठीक है, किसी आविष्कार ते एकमात्र अधिकार। ठीक है, किसी आविष्कार ते एकमात्र अधिकार, एकमात्र अधिकार। ਇਹ ਮੈਂ ਐਕਸਟਰਾ ਪੁਆਇੰਟ ਜਿਹੜੇ ਐਨਸੀਈਆਰਟੀ ਦੇ ਚੈਪਟਰ ਦੇ ਵਿੱਚ ਦਿੱਤੇ ਹੁੰਦੇ ਉਹ ਤਾਂ ਕਰਾ ਰਹੀ ਹਾਂ ਕਿਉਂਕਿ ਪੇਟੈਂਟ ਸੀਟੈਟ ਦੇ ਆਨਲਾਈਨ ਵਾਲੇ ਪੇਪਰ ਦੇ ਵਿੱਚ ਪੁੱਛਿਆ ਜਾ ਸਕਦਾ, ਕਿਉਂਕਿ ਪੁੱਛਿਆ ਗਿਆ ਆ। ਠੀਕ ਹੈ, ਕਿਉਂਕਿ ਆਫਲਾਈਨ ਪੇਪਰ ਤਾਂ ਹੁਣ ਹੀ ਪੁੱਛੇ ਹੋਇਆ ਸੀ, ਇਸ ਤੋਂ ਪਹਿਲਾਂ ਤਾਂ ਆਨਲਾਈਨ ਹੀ ਹੁੰਦਾ ਸੀ ਸੀਟੈਟ। ਠੀਕ ਹੈ, ਪੇਸ਼ੈਂਟ ਸ਼ਬਦ ਜਿਹੜਾ ਕਿ ਪਹਿਲੇ ਸੰਸਾਧਨਾਂ ਵਾਲੇ ਚੈਪਟਰ ਦੇ ਵਿੱਚ ਇਹਨਾਂ ਨੇ ਦੱਸਿਆ ਵਾ। पेटेंट का मतलब किसी आविष्कार ते एकमात्र अधिकार। ਇਹ ਸੀਟੈਟ ਦੇ ਪੇਪਰ ਦੇ ਵਿੱਚ ਪੁੱਛਿਆ ਜਾ ਚੁੱਕਿਆ ਵਾ, ਇਸ ਨੂੰ ਤੁਸੀਂ ਨੋਟ ਕਰ ਲਓ। ਉਸ ਤੋਂ ਬਾਅਦ ਮੁੱਲ, ਕਹਿੰਦੇ ਮੁੱਲ ਦਾ ਕੀ ਅਰਥ ਆ? ਮੁੱਲ ਸ਼ਬਦ, ਮੁੱਲ ਦਾ ਮਤਲਬ ਕੀ ਆ? ਇੱਥੇ ਮੁੱਲ ਦਾ ਮਤਲਬ ਪ੍ਰਾਈਜ਼ ਨਹੀਂ ਆ, ਇੱਥੇ ਮੁੱਲ ਦਾ ਮਤਲਬ ਪ੍ਰਾਈਜ਼ ਨਹੀਂ ਆ। ठीक है, इत्थे मुल का मतलब कुछ और है, पढ़ते हैं आप। कहते मुल का अर्थ है, मुल का अर्थ महत्व होता है, कुछ संसाधनों का आर्थिक मूल्य होता है, जबकि कुछ संसाधनों का आर्थिक मूल्य नहीं होता। कहते कुछ साधन इदां दे जिहड़े आर्थिक तौर ते उन्हां दा मुੱਲ ਹੁੰਦਾ ਤੇ ਕਈਆਂ ਦਾ नहीं ਹੁੰਦਾ। कहते कि उदाहरणीय धातुओं का आर्थिक मूल्य होता है, लेकिन एक मनोरम भूदृश्य का आर्थिक मूल्य नहीं होता, परंतु ये दोनों संसाधन महत्वपूर्ण है और मनुष्य की आवश्यकताओं को पूरा करते हैं। पता की कहने की कोशिश की है? मान लो आ कोई जमीन आ खाली पई है, उत्थे कोई खेती नहीं है, कोई कुछ नहीं है, बंजर जमीन आ, है ना। ਇਹ ਜ਼ਮੀਨ ਦਾ ਉਹਨਾਂ ਚਿਰ ਕੋਈ ਮੁੱਲ ਨਹੀਂਗਾ, ਉਹਨਾਂ ਚਿਰ ਕੋਈ ਮੁੱਲ ਨਹੀਂਗਾ ਜਦ ਤੱਕ ਸਾਨੂੰ ਉਥੇ ਤੋਂ ਕੁਝ ਮਿਲਦਾ ਨਹੀਂ ਆ। ਇਹਦਾ ਮੁੱਲ ਕਿੱਦਾਂ ਬਣਿਆ? ਇਸ ਜ਼ਮੀਨ ਨੂੰ ਅਸੀਂ ਖੋਦਿਆ, ਖੋਦ ਕੇ ਉਹਦੇ ਵਿੱਚੋਂ ਕੋਈ ਮਿਨਰਲ ਕੱਢ ਲਏ, ਕੋਈ ਖਣਿਜ ਮਿਲ ਗਏ ਤੇ ਉਹਦਾ ਮੁੱਲ ਪੈ ਗਿਆ। ਉਹਦਾ ਕੀ ਪੈ ਗਿਆ? ਉਹਦਾ ਮੁੱਲ ਪੈ ਗਿਆ। ਠੀਕ ਹੈ, ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਿਓ। ਇਹੀ ਹੈ ਇੱਥੇ ਮੁੱਲ ਸ਼ਬਦ ਦਾ ਅਰਥ। ਠੀਕ ਹੈ, ਇਦਾਂ ਦੇ ਕਾਫੀ ਪੇਟੈਂਟ ਹੋ ਗਿਆ ਜਿੱਦਾਂ ਇਦਾਂ ਦੇ ਸ਼ਬਦ ਇਹਨਾਂ ਨੇ ਦੱਸਿਆ ਤੇ ਆਪਾਂ ਇਹਨਾਂ ਨੂੰ ਛੱਡਣਾ ਨਹੀਂਗਾ। ठीक है, फिर कहते किसी कौशल करने अथवा वस्तु बनाने में नवीनतम ज्ञान का अनुप्रयोग, हाँ प्रयोग की है। ठीक है, मैनू ना ये शब्द मैं तुहानू अगे भी दस्सिया ही, मैं कहां, मैं तुहानू दस्सिया ना कि हर एक बंदा जिहड़ा वा परफेक्ट नहीं हुंदा। इस तरीके दे नाल इन्हां ने एक शब्द दस्सिया वा प्रयोग की। ठीक है, प्रयोग की। ठीक है, प्रयोग की, मैनू इहदी पंजाबी नहीं पता, जे तुहानू पता तो तुसी दस दिओ। ठीक है, कहंदे किसी कौशल करने अथवा वस्तु बनाने में नवीनतम ज्ञान का मतलब कि किसी वस्तु नू बनाउण लई। ठीक है, किसी वस्तु नू बनाउण लई, किसी वस्तु नू बनाउण वास्ते कोई नवीन ज्ञान बनाउण लई, कोई नवीन ज्ञान जिहड़ा वा ओह कहलाउंदा वा नवीन ज्ञान। इस पॉइंट नू तुसी इसे तरीके दे नाल याद रख लिओ। ठीक है, एक पॉइंट होर जरूरी, एक ना इंपॉर्टेंट पॉइंट सी जेड़ा मैं तुहानू सतत पोषणी विकास करवाया सी, है ना। सतत पोषणी विकास दे विच मैं तुहानू दस्सिया सी कि ਇਹਦਾ मतलब की आ कि ਜਿਹੜੇ ਸੰਸਾਧਨ ਆ ਉਹਨਾਂ ਨੂੰ ਆਉਣ ਵਾਲੀ ਪੀੜ੍ਹੀ ਵੀ ਵਰਤ ਸਕੇ, ਉਹਦੇ ਬਾਰੇ ਉਹਨੂੰ ਕੀ ਕਹਿੰਦੇ ਆ? ਸਤਤ ਪੋਸ਼ਣੀ ਵਿਕਾਸ। ਇਹਦੇ ਨਾ
NCERT ਦੇ ਐਂਡ ਤੇ ਚੈਪਟਰ ਤੇ ਇਹਨਾਂ ਨੇ ਕੁਝ ਸਿਧਾਂਤ ਦਿੱਤੇ ਆ ਸਤਤ ਪੋਸ਼ਣੀ ਵਿਕਾਸ ਦੇ। ਕਹਿੰਦੇ ਜੀਵਨ ਦੇ ਸਾਰੇ ਰੂਪਾਂ ਦਾ ਆਦਰ ਅਤੇ ਦੇਖਭਾਲ। ਠੀਕ ਹੈ, ਇਹ ਪਹਿਲਾ ਸਿਧਾਂਤ ਆ, ਕਿਉਂਕਿ ਪਤਾ ਨਹੀਂ ਕਿਹੜੇ ਆਪਸ਼ਨ ਦੇ ਵਿੱਚ ਚੱਕ ਕੇ ਪਾ ਦੇਣੇ ਆ। ਕਹਿੰਦੇ ਮਾਨਵ ਜੀਵਨ ਦੀ ਗੁਣਵੱਤਾ ਨੂੰ ਬੜਾਵਾ ਦੇਣਾ। ਠੀਕ ਹੈ, ਮਾਨਵ ਜੀਵਨ ਦੀ ਗੁਣਵੱਤਾ ਨੂੰ ਬੜਾਵਾ ਦੇਣਾ, ਕਿਉਂਕਿ ਮਾਨਵ ਜੀਵਨ ਦੀ ਗੁਣਵੱਤਾ ਕੀ ਹੈ? ਕਿਉਂਕਿ ਮਨੁੱਖ ਹੀ ਇੱਕ ਏਦਾਂ ਦਾ ਸਮਾਜਿਕ ਪ੍ਰਾਣੀ ਆ ਜਿਹੜਾ ਕਿ ਕੁਦਰਤੀ ਸਾਧਨਾਂ ਤੋਂ ਕਿਵੇਂ ਮਨੁੱਖੀ ਸੰਸਾਧਨ ਬਣਾਉਣੇ ਆ, ਇਹ ਸਿਰਫ ਮਨੁੱਖ ਹੀ ਕਰ ਸਕਦਾ। ਇਸੇ ਕਰਕੇ ਤਾਂ ਕਹਿੰਦੇ ਆ ਕਿ ਮਾਨਵ ਜੀਵਨ ਦੀ ਗੁਣਵੱਤਾ ਨੂੰ ਬੜਾਵਾ ਦੇਣਾ। ਫਿਰ ਕਹਿੰਦੇ ਆ ਪ੍ਰਿਥਵੀ ਦੇ ਜੀਵਨ ਸ਼ਕਤੀ ਅਤੇ ਵਿਵਿਧਤਾ ਨੂੰ ਸੁਰੱਖਿਅਤ ਕਰਨਾ। ਕਹਿਣ ਦਾ ਭਾਵ ਹੈ ਕਿ ਸਾਡੀ ਧਰਤੀ ਤੇ ਅਨੇਕਾਂ ਹੀ ਪ੍ਰਕਾਰ ਦਾ ਵਖਰੇਵਾਂ ਜਿਹੜਾ ਵਾ ਪਾਇਆ ਜਾਂਦਾ। ਠੀਕ ਹੈ, ਅਨੇਕਾਂ ਤਰ੍ਹਾਂ ਦੀਆਂ ਵਿਭਿੰਨਤਾ ਪਾਈਆਂ ਜਾਂਦੀਆਂ ਵਾ ਤੇ ਉਹਨਾਂ ਨੂੰ ਅਸੀਂ ਸੁਰੱਖਿਅਤ ਰੱਖਾਂਗੇ, ਫਿਰ ਹੀ ਕੁਦਰਤੀ ਸਾਧਨ ਤੇ ਮਨੁੱਖੀ ਸੰਸਾਧਨਾਂ ਦੇ ਵਿੱਚ ਬੈਲੈਂਸ ਬਣਿਆ ਰਹੂਗਾ। ਠੀਕ ਹੈ, ਕਹਿੰਦੇ ਕੁਦਰਤੀ ਸਾਧਨਾਂ ਦੀ ਵਰਤੋਂ ਨੂੰ ਘੱਟ ਕਰਨਾ, ਕਿਉਂਕਿ ਸਾਨੂੰ ਪਤਾ ਕੁਦਰਤੀ ਸਾਧਨ ਇੱਕ ਵਾਰੀ ਖਤਮ ਹੋ ਗਏ, ਲੱਖਾਂ ਹਜ਼ਾਰਾਂ ਸਾਲ ਲੱਗ ਜਾਣਗੇ ਉਹਨਾਂ ਨੂੰ ਦੁਬਾਰਾ ਸਾਨੂੰ ਮਿਲਣ ਨੂੰ। ਠੀਕ ਹੈ, ਇਸ ਕਰਕੇ ਕੁਦਰਤੀ ਸਾਧਨਾਂ ਦੀ ਵਰਤੋਂ ਨੂੰ ਕਹਿੰਦੇ ਘੱਟ ਕਰਨਾ। ਫਿਰ ਕਹਿੰਦੇ ਆ ਵਾਤਾਵਰਨ ਪ੍ਰਤੀ ਵਿਅਕਤੀਗਤ ਵਿਵਹਾਰ। ਵਿਅਕਤੀਗਤ ਵਿਵਹਾਰ ਦਾ ਮਤਲਬ ਕੀ ਆ? ਵਿਅਕਤੀਗਤ ਵਿਵਹਾਰ ਦਾ ਮਤਲਬ ਇਹ ਵੀ ਮੰਨ ਲਓ ਮੈਂ ਇਕੱਲੀ ਆ, ਹਨਾ, ਮੈਂ ਇਕੱਲੀ ਆ, ਮੈਂ ਕਿਤੇ ਕੋਈ ਸੜਕ ਕ੍ਰਾਸ ਕਰ ਰਹੀ ਆ, ਕੁਛ ਵੀ ਕਰ ਰਹੀ ਆ, ਉੱਥੇ ਮੈਂ ਕੁਛ ਏਦਾਂ ਦਾ ਵੇਖ ਲਿਆ, ਮੰਨ ਲਓ ਹਨਾ ਵੀ ਸਾਡਾ ਕੋਈ ਏਦਾਂ ਦੀਆਂ ਚੀਜ਼ਾਂ ਵਾ ਜਿਹੜੀਆਂ ਸਾਡੀਆਂ এনवायरमेंट ਨੂੰ ਪੋਲਿਊਟ ਕਰ ਰਹੀਆਂ, ਹਨਾ, ਤੇ ਮੰਨ ਲਓ ਉੱਥੇ ਕੋਈ ਏਦਾਂ ਦੀ ਚੀਜ਼ ਪਈ ਆ, ਉਹਨੂੰ ਚੱਕ ਕੇ ਡਸਟਬਿਨ ਚ ਪਾਉਣਾ, ਹਨਾ, ਤੇ ਉੱਥੇ ਬੜੇ ਜਾਣੇ ਨਾ ਬਹੁਤ ਜਾਣੇ ਲੰਘ ਰਹੇ ਆ, ਹਨਾ, ਤੇ ਮੈਂ ਤੁਰੀ ਜਾਂਦੀ ਕਹਿੰਦਾ ਮੈਂ ਨਹੀਂ ਚੱਕਦੀ, ਹਨਾ, ਵੀ ਇੱਥੇ ਇੰਨੇ ਜਾਣੇ ਤੁਰੇ ਫਿਰਦੇ, ਕੋਈ ਚੱਕ ਕੇ ਸੁੱਟ ਦੂਗਾ ਡਸਟਬਿਨ ਚ। ਪਰ ਇੱਥੇ ਇਹਨਾਂ ਨੇ ਇਹ ਚੀਜ਼ ਦੀ ਕਹਿਣ ਦੀ ਕੋਸ਼ਿਸ਼ ਕੀਤੀ ਆ ਵਾਤਾਵਰਨ ਪ੍ਰਤੀ ਵਿਅਕਤੀਗਤ ਵਿਵਹਾਰ। ਜੇ ਮੈਂ ਵਿਅਕਤੀਗਤ ਇੰਡੀਵਿਜੂਅਲ ਮਤਲਬ ਜੇ ਮੈਂ ਚੱਕ ਕੇ ਡਸਟਬਿਨ ਚ ਪਾ ਦੂੰਗੀ, ਉਹਦੇ ਨਾਲ ਮੇਰੇ ਪਿੱਛੇ ਮੇਰੇ ਵੱਲ ਦੇਖ ਕੇ ਪਤਾ ਨਹੀਂ ਕਿੰਨੇ ਲੋਕ ਉਦਾਂ ਕਰਨਗੇ। ਯਾਨੀ ਕਿ ਵਾਤਾਵਰਨ ਦੇ ਪ੍ਰਤੀ ਸਾਨੂੰ ਇੰਡੀਵਿਜੂਅਲੀ ਜਿਹੜਾ ਵਾ ਆਪਣਾ ਦਿਖਾਉਣਾ ਚਾਹੀਦਾ ਵਾ। ਠੀਕ ਹੈ, ਆਪਣਾ ਬਿਹੇਵੀਅਰ ਦਿਖਾਉਣਾ ਚਾਹੀਦਾ ਵਾਤਾਵਰਨ ਦੇ ਪ੍ਰਤੀ। ਸਾਨੂੰ ਇਹ ਨਹੀਂ ਕਹਿਣਾ ਚਾਹੀਦਾ ਵੀ ਮੈਂ ਨਹੀਂ ਕੀਤਾ ਦੂਜਾ ਜਾਣਾ ਕਰੂ, ਦੂਜੇ ਨਹੀਂ ਕੀਤਾ ਤੀਜਾ ਜਾਣਾ ਕਰ ਦੂ, ਇਹ ਚੀਜ਼ ਨਹੀਂ ਕਰਨੀ। ਠੀਕ ਹੈ, ਕਹਿੰਦੇ ਗਰੁੱਪ ਬਣਾ ਕੇ ਵਾਤਾਵਰਨ ਦੀ ਸੰਭਾਲ ਲਈ ਯੋਗ ਬਣਾਉਣਾ। ਮਤਲਬ ਅਸੀਂ ਪਿੰਡਾਂ ਦੇ ਵਿੱਚ ਕਿਸੇ ਨਗਰ ਦੇ ਵਿੱਚ ਜਿਹੜੇ ਆ ਕੋਈ ਵੀ ਚਾਹੇ ਬੱਚੇ ਆ ਬੁੜੇ ਆ ਜੋ ਵੀ ਆ, ਹਨਾ, ਉਹਨਾਂ ਦਾ ਕੋਈ ਗਰੁੱਪ ਬਣਾ ਕੇ ਉਹਨਾਂ ਨੂੰ ਅਸੀਂ ਇਸ ਯੋਗ ਬਣਾ ਸਕਦੇ ਹਾਂ। ਕੋਈ ਏਦਾਂ ਦੀ ਉਹਨਾਂ ਨੂੰ ਕੋਈ ਸਕਿੱਲ ਦੇ ਕੇ, ਕੋਈ ਏਦਾਂ ਨੂੰ ਉਹਨਾਂ ਨੂੰ ਗਾਈਡ ਕਰਕੇ, ਗਾਈਡੈਂਸ ਦੇ ਕੇ ਜਿਹੜਾ ਵਾ, ਠੀਕ ਆ, ਉਹਨਾਂ ਦੀ ਕਾਉਂਸਲਿੰਗ ਕਰਕੇ ਜਿਹੜਾ ਵਾ ਅਸੀਂ ਉਹਨਾਂ ਨੂੰ ਸੁਚੇਤ ਕਰ ਸਕਦੇ ਹਾਂ ਕਿ ਉਹਨਾਂ ਨੂੰ ਅਸੀਂ ਇਸ ਯੋਗ ਬਣਾ ਸਕਦੇ ਹਾਂ ਕਿ ਉਹ ਵਾਤਾਵਰਨ ਦੀ ਸੁਰੱਖਿਆ ਕਰ ਸਕਣ। ਇਹ ਸਾਰੇ ਸਤਤ ਪੋਸ਼ਣੀ ਵਿਕਾਸ ਦੇ ਸਿਧਾਂਤ ਆ, ਇਹਨਾਂ ਨੂੰ ਤੁਸੀਂ ਯਾਦ ਰੱਖਿਓ। ਇਹਦੇ ਨਾਲ ਹੀ ਜਿਹੜਾ ਸਾਡਾ ਪਹਿਲਾ ਚੈਪਟਰ ਆ 8ਵੀਂ ਦੀ ਜਿਓਗ੍ਰਾਫੀ ਦਾ ਉਹ ਕੰਪਲੀਟ ਹੁੰਦਾ ਵਾ, ਕਿਉਂਕਿ ਆਪਾਂ ਜਿਓਗ੍ਰਾਫੀ ਵੀ ਕਰਦੇ ਪਏ ਸੀ। ਠੀਕ ਹੈ, 6ਵੀਂ 7ਵੀਂ ਦੀ ਆਪਾਂ ਕਰ ਲਈ, 8ਵੀਂ ਦਾ ਵੀ ਆਪਾਂ ਅੱਜ ਸਟਾਰਟ ਕੀਤਾ ਸੀ, ਪਹਿਲਾ ਚੈਪਟਰ ਹੋ ਗਿਆ। ਰਹੀ ਗੱਲ ਹਿਸਟਰੀ ਦੀ, ਉਹਦੀ ਟੈਨਸ਼ਨ ਨਾ ਲਿਓ ਵੀ ਹਿਸਟਰੀ ਉੱਤੇ ਛੱਡਤੀ ਸ਼ਾਇਦ ਜਿਓਗ੍ਰਾਫੀ ਕਰਾਉਣ ਲੱਗੇ, ਨਹੀਂ, ਮੇਰੀ ਕਲਾਸ ਅਪਲੋਡ ਹੋਈ ਰਹਿੰਦੀ। ਕਈ ਵਾਰੀ ਮੈਂ ਦਿਨ ਚ 2 ਵੀ ਕਲਾਸਾਂ ਅਪਲੋਡ ਕਰ ਦਿੰਦੀ ਆ। ਤੁਸੀਂ ਮੇਰਾ ਚੈਨਲ ਚੈੱਕ ਕਰਦੇ ਰਹਿਣਾ ਵਾ। ਜਿਨ੍ਹਾਂ ਨੇ ਟੈਲੀਗ੍ਰਾਮ ਨਹੀਂ ਜੁਆਇਨ ਕੀਤਾ, ਟੈਲੀਗ੍ਰਾਮ ਜੁਆਇਨ ਕਰ ਲਓ, ਉੱਥੇ ਤੁਹਾਨੂੰ ਕਲਾਸ ਦਾ ਲਿੰਕ ਵੀ ਮਿਲ ਜਾਂਦਾ ਵਾ, ਪਲੱਸ NCERT ਦੇ ਨਾਲ ਸੰਬੰਧਿਤ ਕੋਈ ਵੀ PDF, ਤੇ ਸਭ ਤੋਂ ਇੰਪੋਰਟੈਂਟ ਚੀਜ਼ ਕਿ ਮੈਂ MCQ ਬਣਾ ਕੇ ਜਿਹੜੇ ਆ ਸੈਂਡ ਕਰਦੀ ਹੁੰਦੀ ਆ। ਠੀਕ ਆ, ਤੇ ਉਹ MCQ ਜਿਹੜੇ ਆ ਤੁਹਾਨੂੰ ਮੇਰੇ ਟੈਲੀਗ੍ਰਾਮ ਚੈਨਲ ਤੇ ਹੀ ਮਿਲ ਸਕਦੇ ਆ। ਰਹੀ ਗੱਲ ਕਿ 6ਵੀਂ ਕਲਾਸ ਦੀ ਜਿਹੜੀ ਹਿਸਟਰੀ ਚੱਲਦੀ ਪਈ ਆ ਪਿਛਲੇ 2-3 ਦਿਨਾਂ ਤੋਂ, ਉਹਦੇ MCQ ਕਿਉਂ ਨਹੀਂ ਮਿਲੇ? ਕਿਉਂਕਿ ਆਪਣਾ ਮੈਂ ਤੁਹਾਨੂੰ ਦੱਸਿਆ ਸੀ ਕਿ ਇਸ ਹਿਸਟਰੀ ਦਾ ਜਿਹੜਾ 6ਵਾਂ ਚੈਪਟਰ ਆ ਉਹ ਕਾਫੀ ਲੈਂਥੀ ਆ। ਠੀਕ ਆ, ਉਹ ਅਜੇ ਆਪਣਾ ਕਵਰ ਹੋਣ ਵਾਲਾ, ਜਿਹਦੇ ਵਿੱਚ ਆਪਾਂ ਹੰਪੀ, ਮਸੂਲੀਪਟਨਮ ਤੇ ਸੂਰਤ ਬਾਰੇ ਅਜੇ ਕਰਨਾ। ਜਿੱਦਾਂ ਆਪਣਾ ਉਹ ਚੈਪਟਰ ਕੰਪਲੀਟ ਹੋ ਗਿਆ ਉਹਦੇ MCQ ਮੈਂ ਬਣਾ ਕੇ ਜਿਹੜੇ ਆ ਚੈਪਟਰ ਖਤਮ ਹੋ ਗਿਆ, ਫਿਰ MCQ ਬਣਾ ਕੇ ਜਿਹੜੇ ਮੈਂ ਟੈਲੀਗ੍ਰਾਮ ਤੇ ਭੇਜ ਦੂੰਗੀ। ਠੀਕ ਆ, ਤੁਸੀਂ ਟੈਨਸ਼ਨ ਨਾ ਲਓ। ਤੇ ਮੈਨੂੰ ਇਹ ਵੀ ਆਪਾਂ ਜਿਓਗ੍ਰਾਫੀ ਜਿਹੜੀ 8ਵੀਂ ਕਲਾਸ ਦੀ ਬੱਚੀ ਉਹ ਵੀ ਨਾਲ ਦੀ ਨਾਲ ਕਰੀਏ, ਸੋ ਮੈਂ ਤਾਂ ਕਰਕੇ ਸੋਚਿਆ ਵੀ ਅੱਜ ਜਿਓਗ੍ਰਾਫੀ ਦੀ ਕਲਾਸ ਅਪਲੋਡ ਕਰਦੇ ਆ। ਠੀਕ ਆ, ਇਸ ਤੋਂ ਬਾਅਦ ਆਪਣੇ 4 ਹੀ ਚੈਪਟਰ ਰਹਿ ਗਏ ਆ। ਸਾਰੀ ਦੀ ਸਾਰੀ ਬੁੱਕ ਜਿਹੜੀ ਬਹੁਤ ਇੰਪੋਰਟੈਂਟ ਆ। ਖੇਤੀਬਾੜੀ ਦੀਆਂ ਅਲੱਗ-ਅਲੱਗ ਕਿਸਮਾਂ ਮਿਲਣਗੀਆਂ। ਠੀਕ ਆ, ਫਸਲਾਂ ਦੀਆਂ ਅਲੱਗ-ਅਲੱਗ ਕਿਸਮਾਂ। ਠੀਕ ਹੈ, ਏਦਾਂ ਕਰਕੇ ਬਹੁਤ ਹੀ ਸਾਰੀ ਬੁੱਕ ਜਿਹੜੀ ਇੰਪੋਰਟੈਂਟ ਆ। ਸੋ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਕਲਾਸ ਕਿਵੇਂ ਦੀ ਲੱਗੀ। ਠੀਕ ਆ, ਤੇ ਇਹਦੇ ਵਿੱਚੋਂ ਤੁਹਾਨੂੰ ਇੱਕ ਅੱਧਾ ਕੁਐਸਚਨ ਆਉਣਾ ਹੀ ਆਉਣਾ ਇਸ ਚੈਪਟਰ ਦੇ ਵਿੱਚੋਂ, ਜਿਹੜੇ 21 ਤਰੀਕ ਨੂੰ CTET ਦਾ ਪੇਪਰ ਦੇਣ ਜਾ ਰਹੇ ਆ। ਠੀਕ ਆ,
ਤੇ ਕਮੈਂਟ ਜ਼ਰੂਰ ਕਰਿਆ ਕਰੋ, ਠੀਕ ਹੈ। ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਕਲਾਸ ਕਿਵੇਂ ਲੱਗੀ, ਕਿਉਂਕਿ ਮੇਰੀ ਮਿਹਨਤ ਲੱਗਦੀ ਆ, ਸੱਚਾਈ ਤੁਹਾਡੇ ਸਾਹਮਣੇ ਆ, ਕਿਤੇ ਡਾਟਾ ਚੋਰੀ ਨਹੀਂ ਕਰਦੀ ਹਨਾ, ਵੀ ਮੈਂ ਕਿਸੇ ਹੋਰ ਚੈਨਲ ਤੋਂ ਚੱਕ ਲਿਆ ਨਾ। ਮੈਂ ਜੋ ਵੀ ਆ ਆਪਣੇ ਦਮ ਤੇ ਆ, ਠੀਕ ਆ। ਮੈਂ ਆਪਣਾ ਕੰਟੈਂਟ ਖੁਦ ਤਿਆਰ ਕਰਦੀ ਆ, ਮੈਂ ਕਿਸੇ ਦਾ ਕਾਪੀ ਨਹੀਂ ਕਰਦੀ। ਰਹੀ ਗੱਲ MCQ ਦੀ, ਤੇ ਮੈਂ ਦੱਸਿਆ ਹੋਇਆ ਵੀ MCQ ਤੁਸੀਂ ਮੇਰੀ ਕਰਵਾਈ ਹੋਈ ਥਿਊਰੀ ਦੇ, ਜੇਕਰ ਤੁਸੀਂ ਜ਼ਿਆਦਾ ਹੀ MCQ ਪ੍ਰੈਕਟਿਸ ਕਰਨਾ ਚਾਹੁੰਦੇ ਹੋ, ਤੁਸੀਂ ਅਨੁਪਮ ਸਰ ਦੀਆਂ ਕਲਾਸਾਂ ਲਾ ਸਕਦੇ ਹੋ, ਕਿਉਂਕਿ ਉਹ NCERT ਤੋਂ MCQ ਕਰਵਾਉਂਦੇ ਆ, ਪਰ ਉਹ ਸੈਂਟਰ ਲੈਵਲ ਦੇ ਟੀਚਰ ਆ, ਉਹ ਸਿਰਫ CTET ਨੂੰ ਪੜ੍ਹਾਉਂਦੇ ਆ, PSTET ਨੂੰ ਨਹੀਂ। ਤੇ ਮੈਂ ਪੰਜਾਬੀ ਵਿੱਚ NCERT ਟਰਾਂਸਲੇਟ ਕਰਦੀ ਹਾਂ, ਮੈਂ ਵਾਰੀ ਕਿੰਨਾ ਕੁ ਖੱਪ ਖਪਈਆ ਪਾਵਾਂ ਹਨਾ, ਦੱਸਦੀ ਤਾਂ ਹੈਗੀ ਆ ਰੋਜ਼। ਤੇ ਤੁਸੀਂ ਲਾਈਕ ਜ਼ਰੂਰ ਕਰਿਆ ਕਰੋ, ਲਾਈਕ ਬੜੇ ਘੱਟ ਆਉਂਦੇ ਨੇ, ਪਤਾ ਨਹੀਂ ਕਿਉਂ। ਜਿਹੜੇ ਆਪਣੇ ਵਿਊ ਆ 200-300 ਤੋਂ ਵੀ ਟੱਪ ਜਾਂਦੇ, ਤੇ ਲਾਈਕ ਸਿਰਫ 12-13 ਪਏ ਹੁੰਦੇ ਆ। ਕੰਟੈਂਟ ਤਾਂ ਤੁਸੀਂ ਸਾਰਾ ਹੀ ਚੈੱਕ ਕਰਦੇ ਹੋ, ਫਿਰ ਲਾਈਕ ਕਿਉਂ ਨਹੀਂ ਕਰਦੇ ਹਨਾ। ਤੇ ਇਸ ਚੀਜ਼ ਦਾ ਮੈਨੂੰ ਬੜਾ, ਫਿਰ ਮੈਂ ਡੀਮੋਟੀਵੇਟ ਜੀ ਹੋ ਜਾਂਦੀ ਹਾਂ ਵੀ ਹੈ ਮੈਂ ਮਿਹਨਤ ਕਰਦੀ ਹਾਂ ਏਦਾਂ ਕਿਉਂ ਹਨਾ। ਤੇ ਦੱਸਿਓ ਕਮੈਂਟ ਕਰਕੇ ਕਿਵੇਂ ਲੱਗੀ ਕਲਾਸ। ਬਸ ਮੈਂ ਇਹ ਕਹਿੰਦੀ ਹਾਂ ਕਿ ਚੈਨਲ ਚੈੱਕ ਕਰਦੇ ਰਹੋ। ਮੇਰਾ ਕੋਈ ਪਤਾ ਨਹੀਂ ਮੈਂ ਕਿਹੜੀ ਕਲਾਸ ਜਿਹੜੀ ਅਪਲੋਡ ਕਰ ਦਿੰਦੀ, ਜਿਹੜੀ ਵੀ ਮੇਰੀ ਕਲਾਸ ਅਪਲੋਡ ਹੁੰਦੀ ਆ ਨਾ 100% ਉਹ ਤੁਹਾਡੇ ਲਈ ਬਹੁਤ ਲਾਹੇਵੰਦ ਆ ਹਨਾ। ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ। ਤੇ ਆਪਾਂ ਹਿਸਟਰੀ ਦਾ ਹੰਪੀ ਮਸੂਲੀ ਪਟਨਾ ਵਾ, ਤੇ ਸੂਰਤ ਜਿਹੜਾ 6ਵੀਂ ਆਪਣਾ 7ਵੀਂ ਕਲਾਸ ਦਾ 6ਵਾਂ ਚੈਪਟਰ ਆਪਾਂ ਕਰਦੇ ਪਏ, ਉਹ ਵੀ ਕੰਪਲੀਟ ਕਰਨਾ ਵਾ, ਠੀਕ ਆ। ਤੇ ਤੁਹਾਨੂੰ ਕੁਛ ਘੰਟਿਆਂ ਦੇ ਅੰਦਰ ਉਹ ਵੀ ਵੀਡੀਓ ਮਿਲ ਜੂਗੀ, ਠੀਕ ਆ। ਤੇ ਬਣੇ ਰਹੋ ਮੇਰੇ ਚੈਨਲ ਦੇ ਨਾਲ, ਠੀਕ ਆ। ਕਈਆਂ ਬੱਚਿਆਂ ਨੂੰ ਟੈਲੀਗ੍ਰਾਮ ਦਾ ਲਿੰਕ ਨਹੀਂ ਪਤਾ, ਡਿਸਕ੍ਰਿਪਸ਼ਨ ਜ਼ਰੂਰ ਚੈੱਕ ਕਰਿਆ ਕਰੋ। ਡਿਸਕ੍ਰਿਪਸ਼ਨ ਦੇ ਵਿੱਚ ਜਿਹੜਾ ਵਾ ਲਿੰਕ ਪਿਆ ਹੁੰਦਾ ਟੈਲੀਗ੍ਰਾਮ ਦਾ। ਜੇ ਤੁਹਾਨੂੰ ਨਹੀਂ ਵੀ ਮਿਲਦਾ ਬਾਏ ਸਰਚ ਵੀ ਮਿਲ ਦੂਗਾ, ਮਤਲਬ ਜੋ ਮੇਰੇ ਚੈਨਲ ਦਾ ਨਾਮ ਆ ਉਹੀ ਮੇਰੇ ਟੈਲੀਗ੍ਰਾਮ ਦਾ ਨਾਮ ਆ, ਸਰਬ ਸੋਸ਼ਲ ਸਟੱਡੀ। ਜਾਂ ਤੁਸੀਂ SSS ਆਨਲਾਈਨ ਅਕੈਡਮੀ ਲਿਖ ਕੇ ਸਰਚ ਕਰ ਸਕਦੇ ਹੋ, ਤੁਹਾਨੂੰ ਟੈਲੀਗ੍ਰਾਮ ਦਾ ਚੈਨਲ ਮਿਲ ਜਾਏਗਾ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।